ਹਰ ਮਨ ਵਸਤ ਨਾਨਕ ਹੋਤ ਨਿਹਾਲ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕੀਤਾ ਜਾਏ। ਪ੍ਰਥਮ ਪਿਆਰ ਅਦਬ ਦੇ ਨਾਲ ਗੁਰੂ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ 684 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ, ਉਹਨਾਂ ਦੇ ਵੈਰਾਗਮਈ ਸ਼ਬਦ ਹਨ ਜੋ ਕਿ ਧਨਾਸਰੀ ਰਾਗ ਦੇ ਵਿੱਚ ਦਰਜ ਹਨ। ਗੁਰੂ ਤੇਗ ਬਹਾਦਰ ਜੀ ਨੇ ਹਮੇਸ਼ਾ ਹੀ ਆਪਣੀ ਬਾਣੀ ਦੇ ਵਿੱਚ ਵੈਰਾਗ ਲਿਆ ਕੇ, ਪਰਮਾਤਮਾ ਦੇ ਨਾਲ ਪਿਆਰ ਪਾ ਕੇ ਸਾਨੂੰ ਜੀਆਂ ਨੂੰ ਸਮਝਾਇਆ ਹੈ ਕਿ ਉਹ ਤੇਥੋਂ ਦੂਰ ਨਹੀਂ, ਤੇਰੇ ਨਾਲ ਹੀ ਵਸਦਾ। ਇਹ ਸਭ ਤੋਂ ਵੱਡਾ ਗੁਣ ਹੈ ਇੱਕ ਸਿੱਖ ਦਾ, ਜਦੋਂ ਪਰਮਾਤਮਾ ਨੂੰ ਆਪਣੇ ਨਾਲ ਸਮਝਦਾ ਹੈ, ਆਪਣੇ ਨਾਲ ਰੱਖਦਾ ਹੈ। ਇਹ ਉਹਦਾ ਬਹੁਤ ਵੱਡਾ ਇੱਕ ਗੁਣ ਹੈ। ਤੇ ਜਿੰਨੇ ਵੀ ਔਗਣ ਕੀਤੇ ਜਾਂਦੇ ਨੇ ਦੁਨੀਆ ਦੇ ਵਿੱਚ, ਜਿੰਨੇ ਵੀ ਕ੍ਰਾਈਮ ਹੁੰਦੇ ਨੇ, ਜੁਰਮ ਹੁੰਦੇ ਨੇ, ਉਹ ਸਭ ਤਾਂ ਹੁੰਦੇ ਨੇ ਜਦੋਂ ਗੁਰੂ ਨੂੰ ਪਾਸੇ ਕਰ ਦਿੰਦੇ ਨੇ ਆਪਣੇ ਤੋਂ, ਜਾਂ ਪਰਮਾਤਮਾ ਨੂੰ ਪਾਸੇ ਰੱਖ ਦਿੰਦੇ ਨੇ। ਇਸ ਕਰਕੇ ਗੁਰੂ ਜੀ ਇੱਥੇ ਯਕੀਨ ਦਿਵਾ ਰਹੇ ਨੇ ਕਿ ਤੂੰ ਕਿਉਂ ਉਸ ਵਾਹਿਗੁਰੂ ਨੂੰ ਜੰਗਲ ਦੇ ਵਿੱਚ ਲੱਭਦਾ ਫਿਰਦਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਹੈ ਜੀਵ, ਕਿਉਂ ਤੂੰ ਭਟਕ ਰਿਹਾ, ਸੋਚਦਾ ਹੈ ਪਰਮਾਤਮਾ ਤੇਰੇ ਤੋਂ ਕਿਤੇ ਬਾਹਰ ਆ। ਉਹ ਕਿਸੇ ਹੋਰ ਦੇਸ਼ ਵਿੱਚ ਰਹਿੰਦਾ, ਜਾਂ ਅਸਮਾਨ ਤੇ ਰਹਿੰਦਾ, ਜਾਂ ਪਤਾਲ 'ਚ ਰਹਿੰਦਾ। ਕਹਿੰਦੇ ਨੇ ਉਹ ਸਰਬ ਨਿਵਾਸੀ ਆ, ਸਰਬ ਦੇਸ਼ੀ ਆ, ਹਰ ਜਗ੍ਹਾ ਤੇ ਆ। ਭਾਵ ਕਿ ਇਨਸਾਨ ਜਿਹੜਾ ਹੈ ਜਾਂ ਕੋਈ ਵੀ ਜੀਵ ਆ, ਉਹ ਇੱਕੋ ਵੇਲੇ ਇੱਕੋ ਸਮੇਂ ਇੱਕ ਜਗ੍ਹਾ ਤੇ ਹੀ ਹੋ ਸਕਦਾ। ਜੇ ਆਪਾਂ ਹੁਣ ਗੁਰੂਦੁਆਰੇ ਬੈਠੇ ਹਾਂ, ਆਪਾਂ ਗੁਰਦੁਆਰੇ ਹੀ ਹਾਂ, ਆਪਾਂ ਘਰ 'ਚ ਨਹੀਂ ਹੋ ਸਕਦੇ। ਜੇ ਆਪਾਂ ਘਰ ਵਿੱਚ ਬੈਠੇ ਹਾਂ, ਆਪਾਂ ਬਾਜ਼ਾਰ 'ਚ ਨਹੀਂ ਹੋ ਸਕਦੇ। ਜੇ ਬਾਜ਼ਾਰ ਵਿੱਚ ਕੁਝ ਖਰੀਦਾ ਫਰੋਖਤ ਕਰ ਰਹੇ ਹਾਂ ਤੇ ਫਿਰ ਆਪਾਂ ਘਰ 'ਚ ਨਹੀਂ ਹੋ ਸਕਦੇ। ਪਰਮਾਤਮਾ ਐਸਾ ਕਰਤਾ ਨਹੀਂ। ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿ ਉਹ ਇੱਕ ਜਗ੍ਹਾ ਹੀ ਆ, ਜਾਂ ਗੁਰਦੁਆਰੇ ਹੀ ਆ, ਜਾਂ ਮਸਜਿਦ ਹੀ ਆ, ਉਹ ਹਰ ਜਗ੍ਹਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜਿਹੜਾ ਸਾਰੇ ਦੇਸ਼ਾਂ ਵਿੱਚ ਰਹਿੰਦਾ, ਸਦਾ ਅਲੇਪ ਆ, ਨਿਰਲੇਪ ਆ, ਮਾਇਆ ਤੋਂ ਰਹਿਤਾ, ਉਹ ਤੋਹੀ ਸੰਗ ਸਮਾਈ, ਉਹ ਤੇਰੇ ਅੰਦਰ ਵੀ ਵਸਦਾ ਹੈ। ਇਸ ਕਰਕੇ ਕਾਹੇ ਰੇ, ਤੂੰ ਕਿਉਂ ਉਹਨੂੰ ਬਾਹਰ ਲੱਭਦਾ ਫਿਰਦਾ, ਕਿਉਂ ਤੂੰ ਉਹਨੂੰ ਸਮੁੰਦਰਾਂ ਦੇ ਵਿੱਚ ਲੱਭਦਾ ਕੇਵਲ, ਕਿਉਂ ਤੂੰ ਉਹਨੂੰ ਅਸਮਾਨ 'ਚ ਹੀ ਸਮਝਦਾ ਕਿ ਉਹ ਅਸਮਾਨ ਤੇ ਰਹਿੰਦਾ ਹੋਵੇਗਾ। ਖੌਰੇ
ਇਸ ਕਰਕੇ ਇਹ ਚੀਜ਼ਾਂ ਛੱਡ, ਉਹ ਤੇਰੇ ਨਾਲ ਹੀ ਆ, ਕਿਤੋਂ ਦੂਰ ਨਹੀਂ ਗਿਆ, ਉਹ ਤੇਰੇ ਅੰਦਰ ਹੈ। ਉਹਦੇ ਲਈ ਤੈਨੂੰ ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜੋ ਬਾਹਰ ਆ ਉਹੀ ਤੇਰੇ ਅੰਦਰ ਆ, ਜੋ ਅੰਦਰ ਆ ਉਹੀ ਤੇਰੇ ਬਾਹਰ ਆ। ਅਸੀਂ ਪਰਮਾਤਮਾ ਦੀ ਗੋਦ ਵਿੱਚ ਰਹਿੰਦੇ ਹਾਂ। ਪਰਮਾਤਮਾ ਸਾਡੇ ਦਿਲਾਂ 'ਚ ਵਸਦਾ ਹੈ, ਉਹ ਕਿਤੇ ਦੂਰ ਨਹੀਂ। ਇਸ ਕਰਕੇ ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨ ਭ੍ਰਮ ਕੀ ਕਾਈ। ਜਿਹੜੀ ਕਾਈ ਹੁੰਦੀ ਆ ਨਾ, ਇਹ ਹਰੇ ਰੰਗ ਦੀ, ਜਿਹਨੂੰ ਆਪਾਂ ਜਲਬ ਕਹਿੰਦੇ ਆ, ਉਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਅਰਥ ਕੀਤੇ ਨੇ। ਕਹਿੰਦੇ ਕਾਈ ਹੁੰਦੀ ਆ ਜਦੋਂ ਜੰਮ ਜਾਂਦੀ ਆ, ਉਹ ਪਾਣੀ ਨੂੰ ਫਿਰ ਧਰਤੀ ਵਿੱਚ ਨਹੀਂ ਜਾਣ ਦਿੰਦੀ। ਇਸ ਕਰਕੇ ਬੰਦੇ ਦੇ ਦਿਮਾਗ ਦੇ ਅੰਦਰ ਜੇ ਕਾਈ ਦੇ ਵਾਂਗ ਜਲਬ ਜੰਮ ਜਾਵੇ ਤਾਂ ਫਿਰ ਉਹ ਗਿਆਨ ਨਹੀਂ ਅੰਦਰ ਜਾਣ ਦਿੰਦੀ ਬੰਦੇ ਦੇ। ਤਾਂ ਇਸ ਕਰਕੇ ਇਸ ਕਾਈ ਦਾ ਮਿਟਣਾ, ਇਸ ਕਾਈ ਦਾ ਖਤਮ ਹੋਣਾ ਲਾਜ਼ਮੀ ਹੈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਪਰ ਇਹ ਕਾਈ, ਇਹ ਜਲਬ ਜਿਹੜੀ ਆ, ਉਤਰਦੀ ਨਹੀਂ ਆਪਾ ਚੀਨੇ ਤੋਂ ਬਿਨਾਂ। ਆਪਣੇ ਆਪ ਨੂੰ ਸਮਝ ਪਹਿਲੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਹੇ ਇਨਸਾਨ ਤੂੰ ਆਪਣੇ ਆਪ ਨੂੰ ਜਾਣ। ਤੂੰ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹ ਲੈਣਾ ਹੈ, ਵੱਡੇ ਵੱਡੇ ਧਾਰਮਿਕ ਗ੍ਰੰਥ ਪੜ੍ਹ ਲੈਣਾ ਹੈ, ਅਖਬਾਰ ਪੜ੍ਹ ਲੈਣਾ, ਰਾਜਨੀਤੀ ਬਾਰੇ ਪੜ੍ਹ ਲੈਣਾ, ਪਰ ਤੈਨੂੰ ਆਪਣੇ ਆਪ ਬਾਰੇ ਨਹੀਂ ਪਤਾ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਦਾ ਗਿਆਨ ਕਹਿੰਦੇ ਇੱਕ ਹੀ ਗੱਲ ਦੱਸਦਾ ਸਾਨੂੰ ਕਿ ਜੋ ਬਾਹਰ ਆ ਉਹੀ ਤੇਰੇ ਅੰਦਰ ਆ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੇ। ਇਸ ਕਰਕੇ ਹੈ ਇਨਸਾਨ, ਜੋ ਤੇਰੇ ਅੰਦਰ ਹੈ ਉਹੀ ਬਾਹਰ, ਜੋ ਬਾਹਰ ਆ ਉਹੀ ਤੇਰੇ ਅੰਦਰ ਹੈ। ਤੇਰੀ ਹਸਤੀ ਤੇਰੇ ਤੋਂ ਵੱਖ ਨਹੀਂ। ਜਿਵੇਂ ਫੁੱਲ ਹੁੰਦੇ ਨੇ, ਗੁਰੂ ਤੇਗ ਬਹਾਦਰ ਜੀ ਕਹਿੰਦੇ ਸੁਗੰਧੀ ਉਹਨਾਂ ਤੋਂ ਵੱਖ ਨਹੀਂ ਹੁੰਦੀ। ਪੌਹਪ ਪੌਹਪ ਮੱਧ ਜਿਉਂ ਬਾਸ ਬਸਤ ਹੈ। ਪੌਹਪ ਦੇ ਅਰਥ ਨੇ ਫੁੱਲ। ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੁੰਦੀ ਆ। ਮੁਕਰ ਮਾਹੇ ਜੈਸੇ ਛਾਈ। ਮੁਕਰ ਦੇ ਅਰਥ ਨੇ ਦਰਪਣ, ਸ਼ੀਸ਼ਾ, ਮਿਰਰ। ਉਹਦੇ ਵਿੱਚ ਜਿਵੇਂ ਬੰਦੇ ਦੀ ਛਾਇਆ ਹੁੰਦੀ ਆ, ਅਕਸ਼ ਹੁੰਦਾ, ਏਦਾਂ ਹੀ ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਤਿਵੇਂ ਹੀ ਉਹ ਜਿਵੇਂ ਫੁੱਲਾਂ 'ਚ ਸੁਗੰਧੀ, ਸ਼ੀਸ਼ੇ 'ਚ ਅਕਸ਼ ਹੁੰਦਾ ਸਾਡਾ, ਇਵੇਂ ਉਹ ਵਸਿਆ ਹੋਇਆ ਹੈ ਹਰ ਇੱਕ ਜੀਅ ਦੇ ਅੰਦਰ। ਹਸਤੀ ਕੀਟੀ ਤ੍ਰਿਣਲੋ ਆਦਮ, ਏਕ ਅਖੰਡਤ ਵਸੈ ਅਨਾਦਮ। ਸੋ ਇਹ ਤਾਂ ਹੋ ਗਈ ਗੁਰੂ ਦੀ ਗੱਲ ਕਿ ਗੁਰੂ ਸਾਹਿਬ ਨੇ ਸਾਨੂੰ ਕਹਿ ਦਿੱਤਾ। ਉਹ ਕੇਵਲ ਧਾਰਮਿਕ ਸਥਾਨਾਂ 'ਤੇ ਨਹੀਂ, ਉਹ ਕੇਵਲ ਜੰਗਲਾਂ ਦੇ ਵਿੱਚ ਨਹੀਂ, ਉਹ ਕੇਵਲ ਪਾਣੀ ਵਿੱਚ ਨਹੀਂ, ਉਹ ਕੇਵਲ ਆਕਾਸ਼ ਵਿੱਚ ਨਹੀਂ, ਪਤਾਲ ਵਿੱਚ ਨਹੀਂ, ਉਹ ਹਰ ਜਗ੍ਹਾ ਗੁਰੂ ਨੇ ਤਾਂ ਕਹਿ ਦਿੱਤਾ ਹੈ। ਅਸੀਂ ਇਸ ਗੱਲ ਨੂੰ ਕੀ ਮੰਨਿਆ ਹੈ ਕਿ ਨਹੀਂ ਮੰਨਿਆ? ਅਸੀਂ ਇਸ ਗੱਲ ਨੂੰ ਸਮਝਿਆ ਹੈ ਕਿ ਨਹੀਂ ਸਮਝਿਆ? ਮੈਂ ਗੁਰੂ ਨੂੰ ਆਪਦੇ ਨਾਲ ਰੱਖਦਾ ਜਾਂ ਨਹੀਂ ਰੱਖਦਾ? ਹੁਣ ਇਹ ਗੱਲ 'ਤੇ ਆਪਾਂ ਵਿਚਾਰ ਕਰਾਂਗੇ। ਦੇਖੋ, ਬਹੁਤ ਲੋਕ ਨੇ ਜਿਨ੍ਹਾਂ ਨੇ ਦੁਨੀਆ ਵਿੱਚ ਆ ਕੇ ਬਹੁਤ ਪਾਪ ਕਮਾਏ। ਹਿਟਲਰ ਹੋਇਆ, 2.5 ਕਰੋੜ ਬੰਦਿਆਂ ਦਾ ਕਾਤਲ ਹੈ। ਹਿਟਲਰ ਜਿਹੜਾ ਹੈ 2.5 ਕਰੋੜ ਬੰਦੇ ਉਹਨੇ ਮਾਰੇ ਸਨ। ਚੰਗੇਜ਼ ਖਾਨ ਸੀ, ਜਦੋਂ ਲੰਘਦਾ ਸੀ ਲਾਸ਼ਾਂ ਤੋਂ ਮਾਰ ਕੇ ਲੋਕਾਂ ਨੂੰ ਹੱਸਦਾ ਸੀ। ਔਰੰਗਜ਼ੇਬ ਸੀ, ਉਹਨੇ ਕਿੰਨਿਆਂ ਨੂੰ ਧੱਕੇ ਨਾਲ ਜਬਰ
करके मुसलमान बनाया। इस करके मीर मन्नू सी उन्हें बहुत ही सिखां ते जुल्म कमाए, बंद बंद कट्टे। इस करके उन्हां दे सीस धड़ नालों वख कीते। ऐसे ऐसे बंदे होए, ये इन्ना कुछ तां कर गए, परमात्मा नूं इन्हां ने जाणिया नहीं कि साडे विच वसदा। सब तो पहला ना तुहानूं अपने च देखना पवेगा। तैसे ही हर बसे निरंतर, घट ही खोजो पाई। बाणी कहती रहती है, कण कण च रब वसदा, ब्रह्मंड दे विच वसदा। पर सवाल ये पैदा हुंदा कि असीं उहनूं किवें लैने इस गल नूं। सानूं अपने माँ प्यो दे विच नहीं दिखदा, रब सानूं समाज विच नहीं दिखदा, सानूं दुनिया च नहीं दिखदा। कारण इहदा की आ? इक्को एक सवाल दा जवाब है कि असीं खुद दे विच नहीं वेख्या। गुरु तेग बहादुर जी यकीन दिवा रहे ने, सर्ब निवासी सदा अलेपा, तो ही संग समाई। वो जिहड़ा दुनिया च आना वो तेरे च भी है। पहलां आप दे विच यकीन कर कि मेरे च वसदा, फिर तैनूं लोकां च भी यकीन आवेगा। इस करके जिहड़ी यात्रा हुंदी आ, कोई भी यात्रा वो अपने तो शुरू हुंदी आ हमेशा ही। जे तुहानूं प्यास लगी आ, मन लो तुहाडी खातर कोई दूजा पानी पी भी लऊगा तो प्यास तुहाडी किवें बुझेगी? कंठ तुहाडा जलदा रहना। मान लो जे तुहानूं भुख लगी आ, तुहाडे बंडे दी कोई रोटी खा लेगा, तुहानूं रज किवें आवेगा? इस करके ना यात्रा हमेशा आपदे तो शुरू हुंदी है। जे तुसीं बैठे हो, दो कदम भी नहीं पुट रहे, पहुंचोगे किवें? किवें चल के जाओगे? गुरसिख प्यारिओ, जे तुहाडी खातर कोई दूजा तुरे, अपने राह आप बनाने पैंदे ने। अपन हथीं अपना आपे ही काज सवारी है। हमेशा ही दुनिया दे लोग चाहुंदे ने उन्हां नूं एक बणिया बनाया रास्ता मिल जे, बणिया बनाया रास्ता मिल जे, सौखा होवे, आसान होवे। इस करके जिहड़े लोग कहंदे ने आओ तुहाडा दुख असीं चुटकियां 'च खत्म कर दांगे, लोग उन्हां दे पिछे जा रहे ने, गुरु दे पिछे नहीं जा रहे। जिहड़े लोग कहंदे ने आओ तुहानूं छेती बदले 'च सुख दे दांगे, लोग उन्हां दे पैर जाके फड़ रहे ने। गुरु कह रहा है दुख ते सुख कपड़े ने आउणगे। इस करके मैं तैनूं हुक्म 'च रहना सिखा सकदा, रजा 'च रहना सिखा सकदा। इस करके गुरु की जिहड़ी फिलोसफी आ, गुरु का जिहड़ा समझाउण दा अंदाज आ, वो बाकमाल आ पर डूंगा है, बरीक आ, जिन्हों मोटी अकल समझ नहीं पावेगी। इस करके हे बंदे, बाणी तैनूं कह रही आ, कण कण च रब आ, पत्ते पत्ते च रब आ, पर तैनूं दिखदा नहीं। कारण तूं कदे अपने आप च नहीं देखिया। अपने आप नूं समझ पहले, तेरा भरम पिया तैनूं परमामदा है। बुल्ले शाह जी भी कहंदे ने, उन्हां दी इक काफी आ, अपने आप नूं समझ पहले, तेरा भरम तैनूं परमामदा है। तेरा जिहड़ा भरम आ बंदिया, यही तैनूं भरमाई जांदा, यही तैनूं पखंड विच पाई जांदा, यही तैनूं अंध विश्वास दीआं बेड़ियां 'च जकड़ी जांदा। तेरा भरम तैनूं भरमावदा है। इस करके गुरु महाराज ये चीज़ सानूं सिखाउंदे ने कि पहलां जिवें तूं शीशा वेखदा सिखा, शीशे विच एक अक्ष आ तेरा, वो ना हुंदिआं होया भी हैगा ते हो के भी नहीं हैगा। उहनूं फड़िया नहीं जा सकदा। शीशे दे विच साडा अक्ष होवे, साडी तस्वीर सानूं दिख रही हुंदी आ, फड़ी नहीं जा सकदी, उहनूं पकड़िया नहीं जा सकदा, उहनूं छूया नहीं जा सकदा। इवें ही परमात्मा अलेप आ, जिवें शीशे 'च तस्वीर आ साडी, उवें ही वो आ।
ਉਹ ਵੀ ਹਰ ਜੀਵ ਵਿੱਚ ਉਹ ਵਸਦਾ ਹੈ। ਉਹਨੂੰ ਵੀ ਫੜਿਆ ਨਹੀਂ ਜਾ ਸਕਦਾ, ਹਾਂ ਮਹਿਸੂਸ ਕੀਤਾ ਜਾ ਸਕਦਾ ਹੈ, ਉਹਦੇ ਜੈਸਾ ਹੋਇਆ ਜਾ ਸਕਦਾ ਹੈ। ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਤਾਂ ਸਾਨੂੰ ਬਹੁਤ ਗੱਲਾਂ ਦੱਸਦਾ। ਗੁਰੂ ਤਾਂ ਇਹ ਵੀ ਦੱਸਦਾ ਕੀ ਕਰਨਾ, ਗੁਰੂ ਇਹ ਵੀ ਦੱਸਦਾ ਕੀ ਨਹੀਂ ਕਰਨਾ, ਕਦੇ ਨਹੀਂ ਕਰਨਾ ਤੇ ਕਿਉਂ ਨਹੀਂ ਕਰਨਾ। ਗੁਰੂ ਹਮੇਸ਼ਾ ਸਾਨੂੰ ਇਹੀ ਗੱਲਾਂ ਦੱਸਦਾ ਕੀ ਕਰਨਾ, ਤੇ ਇਹ ਵੀ ਦੱਸਦਾ ਕੀ ਨਹੀਂ ਕਰਨਾ, ਕਦੇ ਨਹੀਂ ਕਰਨਾ, ਤੇ ਕਾਰਨ ਵੀ ਦੱਸਦਾ ਕਿਉਂ ਨਹੀਂ ਕਰਨਾ। ਹੁਣ ਸਵਾਲ ਇਹ ਪੈਦਾ ਹੋਵੇਗਾ ਕਿ ਬੰਦਾ ਇਸ ਗੱਲਾਂ ਨੂੰ ਸਮਝਦਾ ਕਿਉਂ ਨਹੀਂ, ਵਾਰੀ ਕਿਉਂ ਕਰਦਾ ਹੈ, ਦੁਹਰਾਉਂਦਾ ਕਿਉਂ ਆ। ਇਨਸਾਨ ਦਾ ਇੱਕ ਸੁਭਾਅ ਹੈ, ਜੇ ਤੁਸੀਂ ਆਪਣੇ ਮਨ ਨੂੰ ਸਮਝ ਲਓਗੇ, ਦੂਜਿਆਂ ਦੇ ਮਨਾਂ ਨੂੰ ਸਮਝਣਾ ਤੁਹਾਨੂੰ ਸੌਖਾ ਹੋ ਜਾਏਗਾ। ਜਿਹਨੇ ਆਪਣੇ ਮਨ ਨੂੰ ਸਮਝਿਆ ਉਹਨੇ ਦੁਨੀਆ ਨੂੰ ਜਿੱਤ ਲਿਆ। ਜਿਹਨੇ ਆਪਣੇ ਮਨ ਦੀ ਪੜ੍ਹਾਈ ਕੀਤੀ ਤੇ ਉਹਨੇ ਮੰਨ ਲਓ ਸਾਰੀ ਦੁਨੀਆ ਦੀ ਪੜ੍ਹਾਈ ਕੀਤੀ ਹੈ, ਜਿਵੇਂ ਭਗਤ ਸਾਹਿਬਾਨ ਹੋਏ। ਇਸ ਕਰਕੇ ਮਨ ਦੀ ਸਮਝ ਤੋਂ ਵੱਡੀ ਕੋਈ ਸਮਝ ਨਹੀਂ, ਮਨ ਦੀ ਪੜ੍ਹਾਈ ਤੋਂ ਵੱਡੀ ਕੋਈ ਪੜ੍ਹਾਈ ਨਹੀਂ। ਮਨ ਨੂੰ ਜਿਹਨੇ ਜਿੱਤ ਲਿਆ, ਮਨ ਨੂੰ ਪੜ੍ਹ ਕੇ, ਮਨ ਨੂੰ ਸਮਝ ਕੇ ਜਿਹਨੇ ਫਤਿਹ ਪਾ ਲਈ, ਮਨ ਤੇ ਜਿੱਤ ਪਾ ਲਈ, ਇਦੋਂ ਵੱਡੀ ਦੁਨੀਆ 'ਚ ਕੋਈ ਜਿੱਤ ਵੀ ਨਹੀਂ ਹੈਗੀ। ਇਸ ਕਰਕੇ ਜੇ ਤੁਸੀਂ ਦੂਜਿਆਂ ਨੂੰ ਸਮਝਣਾ ਚਾਹੁੰਦੇ ਹੋ, ਤੁਹਾਨੂੰ ਆਪਣੇ ਆਪ ਨੂੰ ਸਮਝਣਾ ਪਵੇਗਾ, ਆਪਣੇ ਆਪ ਨੂੰ ਪਹਿਚਾਨਣਾ ਪਵੇਗਾ। ਤਾਂ ਕੀ ਹੁੰਦਾ, ਸਾਡਾ ਇੱਕ ਸੁਭਾਅ ਹੈ, ਅਸੀਂ ਕੀ ਕਰਦੇ ਹਾਂ, ਸਾਨੂੰ ਪਤਾ ਕਬੀਰ ਸਾਹਿਬ ਜੀ ਕਹਿੰਦੇ ਆ ਚੀਜ਼ ਗਲਤ ਹੈ। ਕਾਹੇ ਕੀ ਕੁਸਲਾਤ, ਮਨ ਜਾਣੈ ਸਭ ਬਾਤ। ਕਬੀਰ ਸਾਹਿਬ ਕਹਿੰਦੇ ਕਿ ਮਨ ਜਿਹੜਾ ਹੈ ਨਾ, ਸਾਰੀਆਂ ਗੱਲਾਂ ਦੀ ਇਹਨੂੰ ਸਮਝ ਆ। ਇਹ ਨਹੀਂ ਕਿ ਇਹਨੂੰ ਸਮਝ ਨਹੀਂ। ਕਬੀਰ ਮਨ ਜਾਣੈ ਸਭ ਬਾਤ, ਮਨ ਨੂੰ ਸਾਰੀਆਂ ਗੱਲਾਂ ਦੀ ਸਮਝ ਆ। ਕੀ ਚੰਗਾ, ਕੀ ਮੇਰੇ ਲਈ ਮਾੜਾ, ਕੀ ਮਾੜਾ ਤੇ ਕੀ ਮੇਰੇ ਲਈ ਚੰਗਾ। ਹਾਂ, ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਤਵਾਜ਼ਨ ਖੋ ਚੁੱਕੇ ਲੋਕ, ਪਾਗਲ ਜਿਹੜੇ ਨੇ, ਹਾਂ ਉਹਨਾਂ ਨੂੰ ਕਿਹਾ ਜਾ ਸਕਦਾ ਵੀ ਸਮਝ ਨਹੀਂ ਹੈਗੀ, ਉਹ ਬਹੁਤ ਘੱਟ ਨੇ। ਜਿਨ੍ਹਾਂ ਨੂੰ ਸਮਝ ਆ ਕਿ ਮੇਰੇ ਲਈ ਕੀ ਚੰਗਾ ਕੀ ਮਾੜਾ। ਸ਼ਰਾਬੀ ਨੂੰ ਪਤਾ ਹੈ ਉਹਦੇ ਲਈ ਸ਼ਰਾਬ ਮਾੜੀ ਆ, ਜੂਏ ਵਾਲੇ ਨੂੰ ਪਤਾ ਹੈ ਜੂਆ ਉਹਦੇ ਲਈ ਮਾੜਾ, ਉਹਨੂੰ ਨੁਕਸਾਨ ਹੋ ਸਕਦਾ, ਪਰ ਫਿਰ ਵੀ ਕਬੀਰ ਸਾਹਿਬ ਕਹਿੰਦੇ ਜਾਣਤ ਹੀ ਔਗਣ ਕਰੇ, ਜਾਣਤ ਹੀ ਔਗਣ ਕਰੇ। ਇਹ ਜਾਣਦਾ ਵੀ ਆ ਚੀਜ਼ ਮੇਰੇ ਲਈ ਮਾੜੀ ਆ, ਪਰ ਫਿਰ ਵੀ ਕਰਦਾ। ਜਾਣਦਾ ਹੈ ਵੀ ਅੱਗੇ ਖੂਹ ਆ, ਤਾਂ ਵੀ ਉਹਦੇ ਵਿੱਚ ਜਾ ਕੇ ਡਿੱਗਦਾ ਹੈ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਕਹਿੰਦੇ ਕੀ ਕਿਹਾ ਜਾਵੇ ਇਹਨੂੰ, ਹੱਥ ਵਿੱਚ ਇਹਦੇ ਦੀਵਾ ਫੜਿਆ ਹੁੰਦਾ ਇਨਸਾਨ ਦੇ, ਤੇ ਡਿੱਗਣਾ ਇਹਨੇ ਖੂਹ ਦੇ ਵਿੱਚ। ਸਭ ਪਤਾ ਵੀ ਆ ਚੀਜ਼ ਮਾੜੀ ਆ, ਪਰ ਕਰਦਾ ਹੈ। ਕਾਰਨ ਕੀ ਆ, ਕੁਝ ਗੱਲਾਂ ਬੰਦੇ ਤੋਂ ਆਪ ਨਹੀਂ ਕਰਦਾ, ਬੰਦਾ ਹੰਕਾਰ ਕਰਾ ਦਿੰਦਾ, ਫੋਕੀ ਵਡਿਆਈ ਕਰਵਾ ਦਿੰਦੀ ਹੈ। ਕੁਝ ਚੀਜ਼ਾਂ ਬੰਦੇ ਤੋਂ ਗੁੱਸਾ ਕਰਵਾ ਦਿੰਦਾ, ਕਰਨਾ ਨਹੀਂ ਚਾਹੁੰਦਾ। ਬੰਦੇ ਦੇ ਅੰਦਰ ਨਾ ਗੁਰੂ ਮਹਾਰਾਜ ਕਹਿੰਦੇ ਵਿਕਾਰ ਰਹਿੰਦੇ ਨੇ। ਇਹ ਕਿੱਥੋਂ ਆਉਂਦੇ ਨੇ? ਆਪਾਂ ਹੀ ਇਹਨਾਂ ਨੂੰ ਪੈਦਾ ਕਰਦੇ ਹਾਂ। ਬਾਹਰੋਂ ਲੈ ਕੇ ਆਉਂਦੇ ਆ, ਕੁਝ ਅੰਦਰੋਂ ਚੀਜ਼ਾਂ ਫੁੱਟਦੀਆਂ ਨੇ, ਕੁਝ ਖਿਆਲ ਸਾਡੇ ਬਾਹਰੋਂ ਆਉਂਦੇ ਨੇ, ਉਹਨਾਂ ਖਿਆਲਾਂ ਵਿੱਚੋਂ ਹੋਰ ਖਿਆਲ ਆ ਕੇ ਅੰਦਰੋਂ ਉੱਗਦੇ ਨੇ। ਕਹਿੰਦੇ ਹਰ ਬੰਦੇ ਦੇ ਅੰਦਰ ਕੰਡੇ ਨੇ। ਗੁਰੂ ਸਾਹਿਬ ਕਹਿੰਦੇ ਹਰ ਬੰਦੇ ਦੇ ਅੰਦਰ ਫੁੱਲ ਨੇ। ਕਈ ਜਦੋਂ ਤੁਰਦੇ ਨੇ ਉਹ ਕੰਡੇ ਉਹਨਾਂ ਦੇ ਚੁਭਦੇ ਨੇ। ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਇਸ ਕਰਕੇ ਬੰਦਾ ਨਹੀਂ ਕਰਦਾ, ਬੰਦੇ ਤੋਂ ਗੁੱਸਾ ਬਹੁਤ ਕੁਝ ਕਰਵਾ ਦਿੰਦਾ।
ਇਨਸਾਨ ਨਹੀਂ ਕਰਦਾ, ਬੰਦੇ ਤੋਂ ਹੰਕਾਰ ਬੜਾ ਕੁਝ ਕਰਵਾ ਦਿੰਦਾ। ਹੰਕਾਰ ਇੱਕ ਐਸੀ ਚੀਜ਼ ਆ ਜਿਹੜੀ ਹਮੇਸ਼ਾ ਦੂਜਿਆਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਹੁਕਮ ਚਲਾਉਣਾ ਚਾਹੁੰਦੀ ਆ। ਹੰਕਾਰੀ ਬੰਦਾ ਹਮੇਸ਼ਾ ਆਪਦਿਆਂ ਤੋਂ ਨੀਵੇਂ ਲੱਭੇਗਾ ਬੰਦਿਆਂ ਨੂੰ ਕਿ ਮੈਂ ਵੱਡਾ ਹੋ ਜਾ। ਇੱਕ ਹਾਰੂਨ ਬਾਦਸ਼ਾਹ ਹੋਇਆ, ਉਹ ਕਹਿਣ ਲੱਗਾ ਆਪਦੇ ਮੰਤਰੀਆਂ ਨੂੰ ਕਿ ਮੈਂ ਸਭ ਤੋਂ ਵੱਡਾ ਹਾਂ, ਏਡਾ ਵੱਡਾ। ਕਹਿੰਦਾ ਹੁਣ ਮੈਂ ਰੱਬ ਨੂੰ ਮਾਰਨਾ, ਕੋਈ ਵਾਹਨ ਲੈ ਕੇ ਆਓ, ਸਵਾਰ ਲੈ ਕੇ ਆਓ, ਮੈਂ ਰੱਬ ਨੂੰ ਮਾਰਨਾ ਚਾਹੁੰਦਾ। ਕਾਰਨ ਕੀ ਆ? ਮੈਂ ਰੱਬ ਤੋਂ ਵੀ ਵੱਡਾ ਹੋ ਗਿਆ। ਹੰਕਾਰ ਉਹਦਾ ਸਿਰ ਚੜ੍ਹ ਬੋਲਿਆ। ਉਹਨਾਂ ਨੇ ਹਾਥੀ ਲੈ ਕੇ ਆਂਦਾ, ਕਹਿੰਦਾ ਨਹੀਂ, ਰੱਬ ਬੜੀ ਛੋਟੀ ਚੀਜ਼ ਆ, ਉਹਨੂੰ ਮਾਰਨ ਲਈ ਹਾਥੀ ਦੀ ਲੋੜ ਨਹੀਂ, ਕੋਈ ਹੋਰ ਲੈ ਕੇ ਆਓ। ਉਹਨਾਂ ਨੇ ਘੋੜਾ ਲਿਆਂਦਾ, ਬਾਦਸ਼ਾਹ ਜੀ ਤੇ ਸਵਾਰ ਹੋ ਕੇ ਮਾਰਿਆ। ਉਹ ਕਹਿੰਦਾ ਨਹੀਂ, ਜੇ ਮੈਂ ਘੋੜੇ ਤੇ ਚੜ੍ਹ ਕੇ ਮਾਰੂੰਗਾ ਰੱਬ ਨੂੰ, ਲੋਕ ਕਹਿਣਗੇ ਘੋੜੇ ਤੇ ਚੜ੍ਹ ਕੇ ਮਾਰਿਆ ਸੀ, ਘੋੜੇ ਦੀ ਵੀ ਕੋਈ ਲੋੜ ਨਹੀਂ। ਫੇਰ ਉਹਨਾਂ ਗਧਾ ਲੈ ਕੇ ਆਂਦਾ, ਗਧੇ ਤੇ ਸਵਾਰ ਹੋ ਕੇ ਖੁਸ਼ ਹੋ ਗਿਆ, ਇਹਦਾ ਹੁਣ ਠੀਕ ਆ, ਰੱਬ ਨੂੰ ਮਾਰਨ ਲਈ ਇਹਦੀ ਬੜੀ ਲੋੜ ਆ। ਤਾਂ ਕਮਾਨ ਤੇ ਤੀਰ ਜਿਹੜੇ ਸਨ ਪੱਥੇ 'ਚ ਪਾਏ ਨੇ, ਮੋਢਿਆਂ ਤੇ ਟੰਗੀ ਆ, ਸਾਰਾ ਦਿਨ ਅਸਮਾਨ ਦੇ ਵਿੱਚ ਤੀਰ ਮਾਰਦਾ ਰਿਹਾ। ਇਤਿਹਾਸਕਾਰ ਕਹਿੰਦੇ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨੇ ਤੀਰ ਛੱਡੇ ਅਸਮਾਨ ਦੇ ਵਿੱਚ, ਤੇ ਆ ਕੇ ਆਪਦੇ ਦਰਬਾਰ ਵਿੱਚ ਬਹਿ ਗਿਆ। ਕਹਿੰਦਾ ਰੱਬ ਮਰ ਗਿਆ। ਵਜ਼ੀਰ ਕਹਿੰਦੇ ਉਹ ਕਿਵੇਂ ਪਤਾ ਲੱਗਦਾ? ਕਹਿੰਦਾ ਜਦੋਂ ਆਪਾਂ ਕਿਸੇ ਦੇ ਤੀਰ ਮਾਰਦੇ ਹਾਂ, ਵਾਰ ਕਰਦੇ ਹਾਂ, ਉਹ ਬਦਲੇ 'ਚ ਜਵਾਬ ਤਾਂ ਦਿੰਦਾ ਨਾ। ਮੈਂ ਰੱਬ ਦੇ ਤੀਰ ਮਾਰੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਜਵਾਬ ਹੀ ਨਹੀਂ ਆਇਆ, ਤੇ ਲੱਗਦਾ ਉਹ ਮਰ ਗਿਆ। ਹੁਣ ਉਹ ਮਰ ਗਿਆ ਤੇ ਹੁਣ ਬਸ ਮੈਂ ਹੀ ਰੱਬ ਹਾਂ ਧਰਤੀ ਦਾ, ਮੈਨੂੰ ਹੀ, ਹਾਰੂਨ ਕਹਿੰਦਾ ਬਾਦਸ਼ਾਹ ਮੈਨੂੰ ਹੀ ਵੱਡਾ ਮੰਨੋ, ਮੈਂ ਰੱਬ ਬਣ ਗਿਆ। ਇੱਦਾਂ ਬੰਦੇ ਰੱਬ ਬਣਦੇ ਨੇ। ਹਾਰੂਨ ਤਾਂ ਅੱਜ ਨਹੀਂ ਰਿਹਾ, ਹਾਰੂਨ ਤਾਂ ਬਹੁਤ ਸਮਾਂ ਪਹਿਲਾਂ ਹੋਇਆ। ਬਾਦਸ਼ਾਹ ਚਲਿਆ ਗਿਆ, ਦੱਬਿਆ ਗਿਆ ਧਰਤੀ ਦੇ ਵਿੱਚ ਜਾ ਕੇ, ਤੇ ਹੁਣ ਪਤਾ ਨਹੀਂ ਉਹਦੀ ਲਾਸ਼ ਵੀ ਖੁਰਦ-ਬੁਰਦ ਹੋ ਗਈ, ਮਿੱਟੀ 'ਚ ਮਿੱਟੀ ਹੋ ਗਈ। ਪਰਮਾਤਮਾ ਅੱਜ ਵੀ ਆ। ਇਸ ਕਰਕੇ ਨਾ ਬੰਦੇ ਦਾ ਜਿਹੜਾ ਹੰਕਾਰ ਹੈ ਉਹ ਤੋਂ ਬੜਾ ਕੁਝ ਕਰਵਾ ਦਿੰਦਾ। ਬੰਦਾ ਕਰਨਾ ਨਹੀਂ ਚਾਹੁੰਦਾ ਹੁੰਦਾ, ਬੰਦੇ ਤੋਂ ਗੁੱਸਾ ਬੜਾ ਕੁਝ ਕਰਵਾ ਦਿੰਦਾ। ਬੰਦਾ ਨਹੀਂ ਚਾਹੁੰਦਾ ਹੁੰਦਾ ਵੀ ਇਹ ਚੀਜ਼ ਮੇਰੇ ਤੋਂ ਹੋ ਜੇ। ਇਸ ਕਰਕੇ ਬੰਦੇ ਦੇ ਵੱਸ ਨਹੀਂ, ਸਿੱਧੇ ਸਿੱਧੇ ਸ਼ਬਦਾਂ 'ਚ ਕਹਿਣਾ ਪਵੇਗਾ, ਬੰਦੇ ਦੇ ਵੱਸ ਨਹੀਂ। ਬੱਚਿਆਂ ਨੂੰ ਤੁਸੀਂ ਵੇਖਿਓ, ਪੁੱਠੀਆਂ ਚੱਪਲਾਂ ਪਾਉਂਦੇ ਨੇ, ਉਹਨਾਂ ਦੇ ਮਨ ਵਿੱਚ ਸਾਰਾ ਕੁਝ ਸਿੱਧਾ ਹੀ ਹੁੰਦਾ। ਸਾਡੀਆਂ ਚੱਪਲਾਂ ਹਮੇਸ਼ਾ ਸਿੱਧੀਆਂ ਹੁੰਦੀਆਂ ਨੇ, ਪਰ ਸਾਡੇ ਮਨ ਦੇ ਵਿੱਚ ਬੜਾ ਕੁਝ ਪੁੱਠਾ ਸਿੱਧਾ ਹੀ ਹੁੰਦਾ ਹਮੇਸ਼ਾ ਹੀ। ਬੱਚਿਆਂ ਦਾ ਕੀ ਆ, ਆਪਾਂ ਉਹਨਾਂ ਨੂੰ ਝਿੜਕਦੇ ਆ, ਮਾਰਦੇ ਆ, ਥੱਪੜ ਮਾਰਦੇ ਆ, ਰੁੱਸਦੇ ਨਹੀਂ, ਰਾਤ ਨੂੰ ਹਿੱਕ ਨਾ ਲੱਗ ਕੇ ਸੌ ਜਾਂਦੇ ਨੇ। ਬੰਦੇ ਦੇ ਅੰਦਰ ਇੱਕ ਨਿੱਕੀ ਜਿਹੀ ਗੱਲ ਦਾ ਬਹੁਤ ਗਿਲਾ ਹੁੰਦਾ, ਸਾਰੀ ਉਮਰ ਉਹਨੂੰ ਗਲ ਨਾ ਲਾ ਕੇ ਰੱਖਦਾ ਹੈ ਤੇ ਭੁੱਲਦਾ ਨਹੀਂ ਉਹ ਗੱਲ ਜਿਹੜੀ ਹੁੰਦੀ ਹੈ ਕਿਸੇ ਨਾਲ। ਇਸ ਕਰਕੇ ਗੁਰੂ ਅਰਜਨ ਦੇਵ ਜੀ ਵਾਰ-ਵਾਰ ਕਹਿੰਦੇ ਹੁੰਦੇ ਨੇ, ਪਾਇਓ ਬਾਲ ਬੁੱਧ ਸੁਖ ਰੇ। ਜੀਸਸ ਦੀ ਇੱਕ ਕਹਾਣੀ ਪੜ੍ਹੀ ਮੈਂ, ਬੜੀ ਪਿਆਰੀ ਆ। ਦੇਖੋ, ਚੰਗੀਆਂ ਗੱਲਾਂ ਤੁਸੀਂ ਕਿਤੋਂ ਵੀ ਲੈ ਸਕਦੇ ਹੋ। ਨਿੱਕੀਆਂ ਨਿੱਕੀਆਂ ਬੱਚਿਆਂ ਦੀਆਂ ਕਹਾਣੀਆਂ ਵਾਲੀਆਂ ਕਿਤਾਬਾਂ ਹੁੰਦੀਆਂ ਨੇ, 4th 5ਵੀਂ ਕਲਾਸ, ਉਹਨਾਂ 'ਚ ਐਸੀਆਂ ਗੱਲਾਂ ਲਿਖੀਆਂ ਨੇ। ਹੋ ਸਕਦਾ ਕਿ ਉਹ ਛੋਟੀ ਉਮਰ ਹੋਣ ਕਰਕੇ ਉਹਨਾਂ ਨੂੰ ਨਾ ਜਾਣਦੇ ਹੋਣ, ਪਰ ਬੜੀਆਂ ਪਿਆਰੀਆਂ ਹੁੰਦੀਆਂ ਨੇ। ਜੀਸਸ ਕੋਲ ਬਹੁਤ ਲੋਕ ਆਉਂਦੇ ਸੀ, ਜਿਹਨੂੰ ਯਿਸੂ ਮਸੀਹ ਕਹਿੰਦੇ ਨੇ। ਬਹੁਤ ਵੱਡਾ ਇਕੱਠ ਸੀ, ਪ੍ਰਚਾਰ ਕਰ ਰਹੇ ਸੀ ਬਾਈਬਲ ਦਾ, ਆਪਣੇ ਧਾਰਮਿਕ ਖਿਆਲਾਂ ਦਾ। ਕਿਸੇ ਨੇ ਉੱਠ ਕੇ ਪੁੱਛਿਆ, ਕਹਿੰਦੇ ਮਸੀਹ ਜੀ ਤੁਸੀਂ ਅਵਤਾਰੀ ਪੁਰਸ਼ ਹੋ, ਦੱਸੋ ਖੁਦਾ ਦੇ ਰਾਜ ਵਿੱਚ ਕੌਣ ਪ੍ਰਵੇਸ਼ ਕਰ ਸਕਦਾ ਹੈ? ਰੱਬ ਦਾ ਦਰਬਾਰ ਆ ਇੱਕ, ਉਹਦੇ ਵਿੱਚ ਕੌਣ ਲੰਘ ਸਕਦਾ? ਕਿਹਦੇ ਲਈ ਖੁੱਲੇ ਆ ਦਰਵਾਜ਼ੇ ਰੱਬ ਦੇ? ਉਹਨਾਂ ਆਖਿਆ ਸੀ ਮੈਂ ਦੱਸਾਂਗਾ। ਸਾਰੀ ਸਭਾ ਦੇ ਵਿੱਚ ਗੇੜਾ ਕੱਢਿਆ,
ਤੁਰਦੇ ਗਏ ਇੱਕ ਨਿੱਕਾ ਜਿਹਾ ਬੱਚਾ ਸੀ, ਉਹਨੂੰ ਗੋਦ ਵਿੱਚ ਚੁੱਕ ਕੇ ਆਖਿਆ ਸੀ, ਇਹਦੇ ਵਰਗੇ ਬੱਚਿਆਂ ਵਰਗੇ ਮੇਰੇ ਖੁਦਾ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਨੇ। ਸਿਆਣੇ ਨੀ ਚਤਰ ਨੀ, ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ। ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ। ਸੋ ਬੰਦੇ ਦਾ ਇੱਕ ਹੰਕਾਰ ਹੁੰਦਾ ਜਿਹੜਾ ਇਹ ਤੋਂ ਬਹੁਤ ਕੁਝ ਕਰਾ ਲੈਂਦਾ। ਕਹਿੰਦੇ ਸੋਭਾ ਹੁੰਦੀ ਹੈ ਜਿਹੜੀ ਫੋਕੀ ਵਡਿਆਈ, ਜਿਹਨੂੰ ਚਾਪਲੂਸੀ ਕਹਿੰਦੇ ਨੇ। ਬੰਦਾ ਕੁਝ ਕਰਨਾ ਨਹੀਂ ਚਾਹੁੰਦਾ ਹੁੰਦਾ, ਉਹ ਤੋਂ ਕਰਵਾ ਦਿੰਦੀ ਆ ਉਹ ਕੁਝ ਜੋ ਸੋਚਿਆ ਨਹੀਂ ਹੁੰਦਾ। ਹੰਕਾਰ ਉਹ ਕੁਝ ਕਰਵਾ ਦਿੰਦਾ ਜੋ ਸੋਚਿਆ ਨਹੀਂ ਹੁੰਦਾ। ਇੱਕ ਸੂਫੀਆਂ ਦੀ ਮੈਂ ਗਾਥਾ ਪੜ੍ਹੀ, ਬੜੀ ਪਿਆਰੀ ਆ। ਦੇਖੋ ਗੁਰੂ ਬਾਣੀ ਦੀ ਜਿਹੜੀ ਕਥਾ ਹੁੰਦੀ ਆ ਨਾ, ਬਹੁਤ ਬਰੀਕ ਹੈ ਇਹ। ਜੇ ਆਪਾਂ ਸਿੱਧੀ ਇਹਨੂੰ ਕਹਾਂਗੇ ਤੇ ਸਰੋਤੇ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਮੋਟੀਆਂ ਗੱਲਾਂ ਸਮਝ ਸਕਦੇ ਆ। ਬਸ ਇਹ ਵਿਰਲੇ ਹੁੰਦੇ ਨੇ ਜੋ ਬਹੁਤ ਬਰੀਕ ਗੱਲ ਨੂੰ ਕੈਚ ਕਰ ਸਕਦੇ ਆ। ਕਈਆਂ ਦੀ ਕੈਚਿੰਗ ਪਾਵਰ ਬੜੀ ਥੋੜ੍ਹੀ ਹੁੰਦੀ ਆ, ਬਹੁਤ ਘੱਟ ਹੁੰਦੀ ਆ। ਉਹ ਮੋਟੀ ਗੱਲ ਹੀ ਸਮਝ ਸਕਦੇ ਆ, ਕਈ ਬਰੀਕ ਗੱਲਾਂ ਸਮਝ ਸਕਦੇ ਆ। ਇਸ ਕਰਕੇ ਸਾਡੇ ਅਕਾਲ ਤਖਤ ਨੇ ਇੱਕ ਮਰਿਆਦਾ ਬਣਾਈ ਆ। ਕਥਾ ਦੇ ਵਿੱਚ ਪ੍ਰਮਾਣਾਂ ਦੇ ਵਿੱਚ ਮਹਾਤਮਾ ਦੀਆਂ ਸਾਖੀਆਂ। ਕੋਈ ਵੀ ਮੋਟੀਵੇਸ਼ਨ ਚੀਜ਼ ਹੋਵੇ, ਉਹਦੇ ਨਾਲ ਗੁਰਬਾਣੀ ਦੇ ਅਰਥ ਉਗੜ ਕੇ ਸਾਹਮਣੇ ਆਉਣ, ਆਪਾਂ ਸਾਂਝੀ ਕਰ ਸਕਦੇ ਸੰਗਤ ਦੇ ਨਾਲ। ਸੂਫੀਆਂ ਦੀ ਇੱਕ ਗਾਥਾ ਪੜ੍ਹੀ ਜਿਹਦੇ ਨਾਲ ਸਮਝੋਗੇ ਹੋਰ ਗੱਲ। ਕਹਿੰਦੇ ਇੱਕ ਫਕੀਰ ਤਬੀਅਤ ਦਾ ਬੰਦਾ ਸੀ। ਮਤਲਬ ਕਿ ਦੇਖੋ ਕੋਈ ਧਾਰਮਿਕ ਬਾਣਾ ਪਾ ਲਵੇ, ਉਹਦੇ ਨਾਲ ਕੋਈ ਧਾਰਮਿਕ ਨਹੀਂ ਹੋ ਜਾਂਦਾ। ਧਾਰਮਿਕ ਹੋਣਾ ਸ਼ਿੰਗਾਰ ਆ। ਕਈ ਬੰਦੇ ਸ਼ਿੰਗਾਰ ਨੂੰ ਧਾਰਮਿਕ ਮੰਨਦੇ ਨੇ, ਵੀ ਸ਼ਿੰਗਾਰ ਕਰ ਲਓ, ਸੱਜੋ ਫਵਜੋ, ਕੱਪੜੇ ਪਾ ਲਓ, ਚਿੱਟੇ ਕੱਪੜੇ ਜਾਂ ਕਾਲੇ ਕੱਪੜੇ ਜਾਂ ਹਰੇ ਕੱਪੜੇ ਜਾਂ ਗੇਰੂ ਰੰਗ ਦੇ ਕੱਪੜੇ, ਤਰ੍ਹਾਂ ਦੇ ਲਿਬਾਸ ਨੇ ਧਾਰਮਿਕ, ਵੱਖ ਜਿੰਨੇ ਧਰਮ ਨੇ। ਇਵੇਂ ਧਾਰਮਿਕ ਨਹੀਂ ਹੋਇਆ ਜਾਂਦਾ। ਨਾਮ ਬਿਨਾ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸੀਗਾਰ। ਗੁਰੂ ਅਰਜਨ ਦੇਵ ਜੀ ਤਾਂ ਇੱਕ ਫਕੀਰ ਸੀ। ਲੋਕ ਉਹਨੂੰ ਸਮਝਦੇ ਸੀ ਕਿ ਫਕੀਰ ਆ। ਬਾਦਸ਼ਾਹ ਨੇ ਇੱਕ ਦਿਨ ਉਹਨੂੰ ਇੱਕ ਪਗੜੀ, ਬੜੀ ਸੋਹਣੀ, ਬੜੀ ਮਹਿੰਗੀ, ਇੱਕ ਕੱਪੜੇ ਉਹਨੂੰ ਦਿੱਤੇ ਜਿਹੜੇ ਕਿ ਜਰੀ ਦੇ ਬਣੇ ਹੋਏ ਸੀ, ਚਮਕਦੇ ਸੀ, ਬਹੁਤ ਸੋਹਣੇ ਸੀ। ਉਹਨੇ ਪਾਏ ਨਹੀਂ, ਉਹਨੇ ਸੰਭਾਲ ਕੇ ਰੱਖਦੇ। ਇੱਕ ਦਿਨ ਆਪਣੇ ਘਰ ਦੇ ਵਿੱਚੋਂ ਬਾਹਰ ਆ ਰਿਹਾ ਹੈ ਤਾਂ ਇੱਕ ਬਚਪਨ ਦਾ ਦੋਸਤ ਸੀ, ਉਹਨੂੰ ਮਿਲਣ ਆਇਆ। ਇਹ ਉਹਨੂੰ ਕਹਿਣ ਲੱਗਾ, ਆਓ ਜਜਮਾਨ ਜੀ ਆਇਆ ਨੂੰ, ਬੜੇ ਮੁੱਦਤਾਂ ਬਾਅਦ ਆਪਾਂ ਮਿਲੇ ਆ। ਪਰ ਅਫਸੋਸ ਦੀ ਗੱਲ ਇਹ ਆ ਵੀ ਮੈਂ ਕਿਤੇ ਬਾਹਰ ਜਾ ਰਿਹਾ, ਤੂੰ ਮੇਰੇ ਘਰ ਦੇ ਵਿੱਚ ਬੈਠ, ਮੈਂ ਉਹਨਾਂ ਨੂੰ ਮਿਲ ਕੇ ਤੈਨੂੰ ਆ ਕੇ ਮਿਲਾਂਗਾ। ਦੋਸਤ ਕਹਿਣ ਲੱਗਾ, ਮੈਂ ਕਿਵੇਂ ਇੰਨਾ ਸਮਾਂ ਰਹਾਂਗਾ, ਤੂੰ ਇਉਂ ਕਰ, ਮੈਨੂੰ ਵੀ ਨਾਲ ਹੀ ਲੈ ਜਾ, ਮੈਂ ਵੀ ਤੇਰੇ ਨਾਲ ਚੱਲਦਾ। ਕਹਿੰਦਾ ਗੱਲ ਤਾਂ ਠੀਕ ਆ, ਪਰ ਤੇਰੇ ਕੱਪੜੇ ਜਿਹੜੇ ਨੇ ਨਾ, ਇਹ ਮੈਲੇ ਨੇ। ਵੀ ਉਹ ਕਹਿੰਦਾ ਵੀ ਤੇਰੇ ਕੋਲ ਘਰ ਦੇ ਵਿੱਚ ਕੱਪੜੇ ਹੋਣਗੇ, ਕੋਈ ਮੈਨੂੰ ਦੇ ਦੇ, ਉਹ ਮੈਂ ਪਾ ਲੂੰਗਾ। ਇਹਨੇ ਆਖਿਆ ਵੀ ਕਿਹੜੇ ਕੱਪੜੇ ਦੇਵਾਂ? ਤਾਂ ਉਹ ਰਾਜੇ ਨੇ ਜਿਹੜੇ ਇਹਨੂੰ ਤੋਹਫੇ 'ਚ ਦਿੱਤੇ ਸੀ, ਕਹਿੰਦਾ ਆ ਮੇਰੇ ਦੋਸਤ, ਤੂੰ ਆਹ ਪਾ ਲੈ। ਜਦੋਂ ਉਹਨੇ ਕੱਪੜੇ ਪਾਏ ਰਾਜੇ ਦੇ ਦਿੱਤੇ ਹੋਏ, ਇਹਦਾ ਦੋਸਤ ਇਹਨੂੰ ਰਾਜੇ ਵਾਂਗ ਲੱਗਣ ਲੱਗ ਗਿਆ। ਕਿਉਂਕਿ ਕਈ ਚੀਜ਼ਾਂ ਸਾਡੀ ਬਾਹਰਲੀ ਪਰਸਨੈਲਿਟੀ 'ਤੇ ਕਰਕੇ ਇਨਕਰੀਜ਼ ਹੋ ਜਾਂਦੀਆਂ ਨੇ, ਕਈ ਚੀਜ਼ਾਂ ਡਿਕਰੀਜ਼ ਹੋ ਜਾਂਦੀਆਂ ਨੇ, ਘਟ ਜਾਂਦੀਆਂ ਨੇ, ਕਈ ਵੱਧ ਜਾਂਦੀਆਂ ਨੇ। ਕਾਰਨ ਕੀ ਆ? ਇਸ ਕਰਕੇ ਉਹ ਕੱਪੜੇ ਪਾਏ ਤੇ ਉਹ ਸਜਣ ਫਗਣ ਲੱਗ ਗਿਆ। ਇਹਨੂੰ ਬੜਾ ਹੋਇਆ ਮਨ ਦੇ ਵਿੱਚ, ਭਾਵੇਂ ਲੋਕ ਇਹਨੂੰ ਫਕੀਰ ਕਹਿੰਦੇ ਸੀ। ਮੈਂ ਕਹਿ ਰਿਹਾ ਕੱਪੜੇ ਦਾ ਨਾਮ ਫਕੀਰ ਨਹੀਂ ਹੁੰਦਾ, ਫਕੀਰ ਹੀ ਹੁੰਦੀ ਆ ਮਨ ਦੀ ਹਾਲਤ। ਮਨ ਦੀ ਤੁਹਾਡੀ ਹਾਲਤ ਕਿਹੋ ਜਿਹੀ, ਇਹਨੂੰ ਫਕੀਰੀ ਕਹਿੰਦੇ ਨੇ। ਤੇ ਇਹਨੂੰ ਬੜੀ ਟੈਨਸ਼ਨ ਹੋ ਗਈ ਵੀ ਇਹ ਬੰਦਾ ਤਾਂ ਬਾਹਲਾ ਜੱਜਦਾ ਮੇਰੇ ਨਾਲੋਂ ਵੀ। ਕਹਿੰਦਾ ਚੱਲ ਕੋਈ ਨਹੀਂ। ਤਾਂ ਅਗਲੇ ਘਰੇ ਮਿਲਣ ਗਏ ਕਿਸੇ ਨੂੰ, ਤਾਂ ਉਹਨੇ ਆਖਣ ਲੱਗਾ ਵੀ ਆਹ ਦੇਖੋ, ਇਹ ਮੇਰੇ ਦੋਸਤ ਨੇ, ਬਚਪਨ ਦੇ ਜਜਮਾਨ ਨੇ, ਬੜੇ ਪਿਆਰੇ ਨੇ, ਫਕੀਰ ਤਬੀਅਤ ਦੇ ਨੇ, ਪਰ ਜਿਹੜੇ ਕੱਪੜੇ ਪਾਏ ਇਹਨਾਂ ਦੇ ਉਹ ਮੇਰੇ ਨੇ।
ਦੋਸਤ ਨੇ ਮਨ ਵਿੱਚ ਸੋਚਿਆ, ਇਹ ਤਾਂ ਬੰਦੇ ਦੀ ਬੇਇੱਜ਼ਤੀ ਕਰਨ ਵਾਂਗ ਲਿਆ ਕੇ ਸੱਦ ਕੇ ਨਾਲ ਇੱਕ ਬੇਇੱਜ਼ਤੀ ਕਰ ਦਿੱਤੀ। ਕੱਪੜਿਆਂ ਦੀ ਗੱਲ ਕਹਿਣ ਦੀ ਕੀ ਲੋੜ ਸੀ, ਕੀ ਲੋੜ ਪਈ ਸੀ ਕਹਿਣ ਦੀ, ਇੰਨਾ ਹੀ ਬਹੁਤ ਸੀ। ਇਹ ਮੇਰੇ ਬਚਪਨ ਦੇ ਦੋਸਤ ਆ, ਅਸੀਂ ਨਿੱਕੇ ਹੁੰਦੇ ਇਕੱਠੇ ਖੇਡਦੇ ਰਹੇ ਹਾਂ, ਤੇ ਹੁਣ ਇਹ ਵੀ ਪਰਮਾਤਮਾ ਦੇ ਵੱਲ ਇਹਨਾਂ ਦਾ ਰੁਝਾਨ ਆ, ਅਸੀਂ ਅੱਜ ਮਿਲੇ ਹਾਂ, ਇੰਨਾ ਕਹਿ ਦਿੰਦਾ। ਤਾਂ ਪਾਸੇ ਕਰਕੇ ਆਖਿਆ, ਕਹਿੰਦੇ ਕੱਪੜਿਆਂ ਦੀ ਗੱਲ ਕਹਿਣ ਦੀ ਕੀ ਲੋੜ ਸੀ ਤੈਨੂੰ, ਵੀ ਕੱਪੜੇ ਮੇਰੇ ਨੇ। ਉਹਨੇ ਮਾਫੀ ਮੰਗੀ, ਕਹਿੰਦਾ ਮੂੰਹ ਚੋਂ ਨਿਕਲ ਗਿਆ। ਕਈ ਵਾਰ ਬੰਦਾ ਕਹਿ ਨਹੀਂ ਦਿੰਦਾ ਮੇਰੇ ਮੂੰਹ ਚੋਂ ਨਿਕਲ ਗਿਆ, ਦਿਲ 'ਚ ਨਹੀਂ ਕੁਛ, ਇੱਦਾਂ ਦਾ ਕਦੇ ਵੀ ਨਹੀਂ ਹੁੰਦਾ। ਜਿਹੜੀ ਚੀਜ਼ ਤੁਹਾਡੇ ਅਵਚੇਤਨ ਮਨ 'ਚ ਪਈ ਆ ਉਹੀ ਚੇਤਨ 'ਚੋਂ ਨਿਕਲੂਗੀ, ਐਵੇਂ ਕਿਵੇਂ ਮੂੰਹ ਦੇ ਵਿੱਚੋਂ ਨਿਕਲ ਜਾਵੇਗੀ। ਪਹਿਲਾਂ ਸੋਚੀ ਗਿਆ ਵੀ ਇਹ ਸੋਹਣਾ ਲੱਗਦਾ, ਕਹਿੰਦਾ ਮੈਂ ਮਾਫੀ ਚਾਹੁੰਦਾ, ਹੁਣ ਨਹੀਂ ਕਹਿੰਦਾ, ਅੱਗੇ ਚੱਲੀਏ। ਅੱਗੇ ਜਦੋਂ ਵਧੇ ਨੇ ਤਾਂ ਅੱਗੇ ਪਰਚੇ ਕਰਾ ਰਿਹਾ, ਉਹਦਾ ਜਾਣ ਪਛਾਣ ਕਰਵਾ ਰਿਹਾ ਦੋਸਤਾਂ ਨੂੰ। ਫਿਰ ਕਹਿ ਦਿੱਤਾ, ਇਹ ਮੇਰੇ ਬਚਪਨ ਦੇ ਦੋਸਤ ਆ ਤੇ ਕੁਝ ਸਮਾਂ ਪਹਿਲਾਂ ਹੀ ਆਏ ਨੇ, ਮੈਂ ਵੀ ਇਹਨਾਂ ਨੂੰ ਘੁਮਾਉਣ ਲੈ ਕੇ ਆਇਆ, ਤੇ ਆ ਜਿਹੜੇ ਇਹਨਾਂ ਨੇ ਕੱਪੜੇ ਪਾਏ ਨੇ ਉਹਦੇ ਬਾਰੇ ਨਹੀਂ ਮੈਨੂੰ ਕੁਝ ਪਤਾ, ਬਾਕੀ ਮੈਂ ਤੁਹਾਨੂੰ ਦੱਸ ਦਿੱਤਾ। ਗੱਲ ਕਰਦਾ ਕਰਦਾ ਫਿਰ ਕੱਪੜਿਆਂ ਬਾਰੇ ਕਹਿ ਦਿੱਤਾ ਵੀ ਇਹ ਕੱਪੜੇ ਜਿਹੜੇ ਪਾਏ ਨੇ ਇਹ ਮੈਨੂੰ ਨਹੀਂ ਪਤਾ, ਇਹ ਕੱਪੜੇ ਇਹਦੇ ਹੀ ਨੇ, ਮੇਰੇ ਨਹੀਂ ਹੈਗੇ, ਇਵੇਂ ਕਹਿ ਦਿੱਤਾ। ਜਿਹੜੇ ਇਹਨੇ ਪੱਗ ਬੰਨੀ ਆ, ਜਿਹੜੇ ਇਹਨੇ ਕੱਪੜੇ ਪਾਏ ਨੇ ਇਹ ਇਹਦੇ ਹੀ ਨੇ, ਮੇਰੇ ਨਹੀਂ ਹੈਗੇ। ਦੋਸਤ ਉਹਨੂੰ ਖੂੰਜੇ ਵਿੱਚ ਪਾਸੇ ਲੈ ਕੇ ਗਿਆ, ਕਹਿੰਦਾ ਇਹ ਕਹਿਣ ਦੀ ਕੀ ਲੋੜ ਸੀ, ਕੱਪੜੇ ਇਹਦੇ ਹੀ ਆ, ਮੇਰੇ ਨਹੀਂ। ਇਹ 'ਚ ਸਾਫ਼ ਪਤਾ ਲੱਗਦਾ ਵੀ ਤੂੰ ਕੱਪੜਿਆਂ ਬਾਰੇ ਕੁਝ ਕਹਿਣਾ ਚਾਹੁੰਦਾ। ਕਹਿੰਦਾ ਮਾਫੀ ਹੋ ਗਈ, ਭੁੱਲ ਹੋ ਗਈ, ਮੈਂ ਹੁਣ ਨਹੀਂ ਕਹਾਂਗਾ। ਅੱਗੇ ਜਦੋਂ ਜਾਂਦੇ ਨੇ ਫਿਰ ਉਹੀ ਗੱਲਾਂ ਦੁਹਰਾਉਂਦੇ। ਮੈਂ ਕਹਿ ਰਿਹਾ ਬੰਦੇ ਕੋਲ ਇੱਕ ਆਦਤ ਆ, ਦੇਖੋ ਤੁਸੀਂ ਅੱਜ ਗੁੱਸਾ ਕੀਤਾ, ਤੁਹਾਨੂੰ ਪਤਾ ਵੀ ਇਹ ਚੀਜ਼ ਸਹੀ ਨਹੀਂ, ਤੁਸੀਂ ਕੱਲ ਵੀ ਕਰੋਗੇ, ਨਾਲੇ ਪਛਤਾਓਗੇ, ਪਰਸੋਂ ਫਿਰ ਕਰੋਗੇ, ਫਿਰ ਪਛਤਾਓਗੇ। ਇਹ ਬੰਦੇ ਦਾ ਸੁਭਾਅ। ਅਸਲੀ ਚੀਜ਼ ਬੰਦੇ ਦੀ ਇਹ ਆ, ਇਹ ਮਿਹਰ ਤੋਂ ਬਿਨਾਂ ਨਹੀਂ ਹਟਦੀ, ਸਾਈਂ ਦੀ ਕਿਰਪਾ ਬਿਨਾਂ, ਗੁਰੂ ਦੀ ਰਹਿਮਤਾਂ ਬਿਨਾਂ ਨਹੀਂ ਟਲਦੀ ਨਹੀਂ ਇਹ ਚੀਜ਼। ਇਸ ਕਰਕੇ ਫਿਰ ਅੱਗੇ ਚਲੇ ਗਏ। ਅੱਗੇ ਜਾ ਕੇ ਵੀ ਐਵੇਂ ਆਖ ਦਿੱਤਾ ਉਹਨੇ, ਕਹਿਣ ਲੱਗਾ ਇਹ ਮੇਰੇ ਬਚਪਨ ਦੇ ਦੋਸਤ ਨੇ, ਜਜਮਾਨ ਬੜੇ ਪਿਆਰੇ ਹਨ, ਤੇ ਕਹਿਣ ਲੱਗਾ ਇਹਨਾਂ ਦਾ ਸੁਭਾਅ ਬੜਾ ਚੰਗਾ, ਇਹ ਫਕੀਰ ਤਬੀਅਤ ਦੇ ਮਾਲਕ ਨੇ, ਪਰ ਕੱਪੜਿਆਂ ਬਾਰੇ ਮੈਨੂੰ ਕਿਸੇ ਨੇ ਕੁਝ ਪੁੱਛਣਾ ਨਹੀਂ ਜਿਹੜੇ ਇਹਨਾਂ ਨੇ ਪਾਏ ਨੇ। ਫਿਰ ਉਵੇਂ ਗੱਲ ਦੁਹਰਾ ਦਿੱਤੀ। ਜੋ ਬੰਦੇ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਹੋਵੇਗਾ ਉਹ ਕੌਂਸ਼ੀਅਸ ਦੇ ਵਿੱਚ ਆ ਜਾਏਗਾ। ਕੀ ਕਹਿਣਾ ਚਾਹੁੰਦਾ ਹਾਂ ਮੈਂ, ਜੋ ਤੁਹਾਡੇ ਖਿਆਲ ਹੋਣਗੇ, ਸੋਚੋਗੇ, ਇੱਕ ਦਿਨ ਉਹ ਕਿਰਦਾਰ ਬਣ ਜਾਣਗੇ। ਹੋਰ ਇਹਨੂੰ ਆਪਾਂ ਸੌਖਾ ਕਰ ਸਕਦੇ ਹਾਂ, ਹਰ ਵਕਤ ਦੀ ਸੋਚਣੀ ਤੁਹਾਡਾ ਜੀਵਨ ਬਣ ਜਾਂਦੀ ਹੈ। ਹਰ ਵਕਤ ਦਾ ਸੋਚਿਆ ਹੋਇਆ ਵਿਚਾਰ ਤੁਹਾਡਾ ਕਿਰਦਾਰ ਬਣ ਜਾਏਗਾ। ਤਾਂ ਐਵੇਂ ਕਹਿ ਸਕਦੇ ਹਾਂ, ਤੁਸੀਂ ਉਹ ਹੋ ਜਾਂਦੇ ਹੋ ਜੋ ਤੁਸੀਂ ਸੋਚਦੇ ਹੋ। ਇੱਕ ਦਿਨ ਤੁਸੀਂ ਉਹ ਬਣ ਜਾਂਦੇ ਹੋ ਜੋ ਸੋਚਦੇ 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 ਰਹਿੰਦੇ ਹੋ। ਜਾਂ ਐਵੇਂ ਕਹਿ ਸਕਦੇ ਹਾਂ, ਤੁਸੀਂ ਜੇ ਬਣਨਾ ਚਾਹੁੰਦੇ ਹੋ ਚੰਗਾ ਤਾਂ ਚੰਗਾ ਹੀ ਸੋਚਿਓ। ਇਸ ਕਰਕੇ ਮਾੜੀ ਸੋਚ ਜਿਹੜੀ ਹੁੰਦੀ ਆ ਨਾ ਬੰਦੇ ਨੂੰ, ਉਹ ਮਾੜਾ ਹੀ ਬਣਾਉਂਦੀ ਆ। ਚੰਗੀ ਸੋਚ ਚੰਗਾ ਹੀ ਬਣਾਉਂਦੀ ਆ। ਤਾਂ ਗੱਲ ਕਿੱਥੇ ਖੜੀ ਆ, ਇੱਕ ਸੋਚ ਤੇ। ਸਾਡੇ ਖਿਆਲ ਕਿਹੋ ਜਿਹੇ ਆ, ਸਾਡੀ ਸੋਚਣੀ ਕਿਹੋ ਜਿਹੀ ਆ, ਸਾਡੀ ਤੱਕਣੀ ਕਿਹੋ ਜਿਹੀ ਆ, ਸਾਡੀ ਝਾਕਣੀ ਕਿਹੋ ਜਿਹੀ ਆ। ਅੱਖਾਂ ਦੇ ਹੱਥ ਨਹੀਂ ਹੁੰਦੇ, ਖੋ ਵੀ ਲੈਂਦੀਆਂ ਬੜਾ ਕੁਝ। ਸਾਧੂ ਦੀ ਅੱਖ ਬੜਾ ਕੁਝ ਵੰਡ ਦਿੰਦੀ ਆ, ਨਾਲੇ ਹੱਥ ਨਹੀਂ ਹੁੰਦੇ। ਇੱਕ ਦੁਸ਼ਟ ਬੰਦੇ ਦੀ ਅੱਖ ਬੜਾ ਕੁਝ ਖੋਹ ਲੈਂਦੀ ਹੈ, ਤੇ ਹੱਥ ਨਹੀਂ ਹੁੰਦੇ। ਇਸ ਕਰਕੇ ਨਾ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭ੍ਰਮ ਕੀ ਕਾਈ। ਗੁਰੂ ਬਾਹਰ ਵੀ ਆ, ਗੁਰੂ ਅੰਦਰ ਵੀ ਆ। ਕਿਵੇਂ ਪੌਹਪ ਮੱਧ ਜਿਉ, ਪੌਹਪ ਦੇ ਅਰਥ ਨੇ ਫੁੱਲ, ਪੌਹਪ ਬੱਧ ਜਿਉ ਬਾਸ ਬਸਤ ਹੈ। ਬਾਸ ਦੇ ਅਰਥ ਆ ਸੁਗੰਧੀ, ਜਿਵੇਂ ਫੁੱਲਾਂ 'ਚ ਸੁਗੰਧੀ ਆ। ਮੁੱਕਰ ਮਾਹੇ ਜੈਸੇ ਸ਼ਾਈ, ਮੁੱਕਰ ਹੁੰਦਾ ਸ਼ੀਸ਼ਾ, ਸ਼ੀਸ਼ੇ ਦੇ ਵਿੱਚ ਜਿਵੇਂ ਤੁਹਾਡਾ ਅਕਸ਼ ਆ, ਜਿਵੇਂ ਤੁਹਾਡਾ ਆਪਣੇ ਆਪ ਦੀ ਤਸਵੀਰ ਤੁਸੀਂ ਵੇਖਦੇ ਹੋ, ਪਰ ਉਹ ਫੜੀ ਨਹੀਂ ਜਾਂਦੀ, ਹੁੰਦੀ ਆ, ਨਾ ਹੋ ਕੇ ਵੀ ਹੁੰਦੀ ਆ ਤੇ ਹੋ ਕੇ ਵੀ ਨਹੀਂ ਹੁੰਦੀ। ਐਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ, ਸਿੱਖਾ ਉਹ ਤੇਰੇ ਦਿਲ 'ਚ ਵਸਦਾ,
ਤੇਰੀ ਪਕੜ 'ਚ ਨਹੀਂ ਆਉਂਦਾ। ਤੇ ਇਵੇਂ ਰਵਿੰਦਰ ਨਾਥ ਟੈਗੋਰ ਜੀ ਹੋਏ, ਬੜੀਆਂ ਸੁੰਦਰ ਸੁੰਦਰ ਕਵਿਤਾਵਾਂ ਉਹਨਾਂ ਲਿਖੀਆਂ, ਕੁਝ ਲੇਖ ਲਿਖੇ। ਇੱਕ ਦਿਨ ਤੁਰੇ ਜਾ ਰਹੇ ਸੀ, ਕੂੜੇ ਦਾ ਇੱਕ ਢੇਰ ਸੀ। ਮੈਂ ਇਹੀ ਗੱਲ ਕਹਿਣਾ ਹੁੰਦਾ, ਬੰਦੇ ਦੀ ਜ਼ਿੰਦਗੀ ਕਦੇ ਵੀ ਬਦਲ ਸਕਦੀ ਹੈ, ਇੱਕ ਨਿੱਕੀ ਜਿਹੀ ਗੱਲ ਬਦਲ ਦੇਗੀ। ਕੂੜੇ ਦਾ ਢੇਰ ਸੀ, ਗੰਦਗੀ ਦਾ। ਸੂਰਜ ਦੀਆਂ ਕਿਰਨਾਂ ਉੱਤੇ ਪੈ ਰਹੀਆਂ ਸਨ, ਸੂਰਜ ਹਜੇ ਚੜ੍ਹਿਆ ਹੀ ਸੀ, ਤਾਜ਼ੀਆਂ ਤਾਜ਼ੀਆਂ ਕਿਰਨਾਂ ਪੈ ਰਹੀਆਂ ਸਨ। ਰਵਿੰਦਰ ਨਾਥ ਟੈਗੋਰ ਜੀ ਕਹਿੰਦੇ, ਮੈਨੂੰ ਇੱਕ ਗੱਲ ਦਾ ਉਦੋਂ ਪਤਾ ਲੱਗਾ। ਕੀ? ਕਹਿੰਦੇ, ਪਰਮਾਤਮਾ ਮੇਰੇ ਦਿਲ 'ਚ ਰਹਿੰਦਾ, ਮੇਰੇ ਮੈਲੇ ਮਨ 'ਚ ਰਹਿੰਦਾ। ਮੈਂ ਬਹੁਤ ਅੰਦਰੋਂ ਮੈਲਾ ਹਾਂ, ਕਮੀਆਂ ਹੀ ਕਮੀਆਂ। ਰਵਿੰਦਰ ਨਾਥ ਜੀ ਕਹਿੰਦੇ, ਪਰ ਜਿਵੇਂ ਆ ਕਿਰਨਾਂ ਗੰਦਗੀ ਦੇ ਢੇਰ ਤੇ ਪੈਂਦੀਆਂ ਨੇ ਪਰ ਗੰਦੀਆਂ ਨਹੀਂ ਹੁੰਦੀਆਂ, ਪਰਮਾਤਮਾ ਮੇਰੇ ਦਿਲ 'ਚ ਵੱਸਦਾ ਪਰ ਉਹ ਗੰਦਾ ਨਹੀਂ ਹੁੰਦਾ। ਪਰਮਾਤਮਾ ਚੋਰ ਦੇ ਦਿਲ 'ਚ ਵੱਸਦਾ, ਉਹ ਮੈਲਾ ਨਹੀਂ ਹੁੰਦਾ। ਕਿਵੇਂ? ਜਿਵੇਂ ਗੰਦਗੀ ਦੇ ਢੇਰ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪੈ ਕੇ ਵੀ ਨਿਰਲੇਪ ਆ। ਨਿਰਲੇਪ ਸ਼ਬਦ ਆਇਆ ਹੈ, ਅਲੇਪਾ ਜਿਹਨੂੰ ਕਿਹਾ, ਸਰਬ ਨਿਵਾਸੀ, ਸਾਰਿਆਂ 'ਚ ਰਹਿਣ ਵਾਲਾ ਤੂੰ ਸਦਾ ਅਲੇਪਾ। ਰਹਿ ਕੇ ਵੀ ਨਹੀਂ ਰਹਿੰਦਾ, ਰਹਿ ਕੇ ਵੀ ਨਿਰਲੇਪ ਆ, ਤੋਹੀ ਸੰਗ ਸਮਾਈ। ਇਵੇਂ ਤੇਰੇ ਅੰਦਰ ਵੀ ਵਸਦਾ। ਇਸ ਕਰਕੇ ਨਾ, ਜਿਵੇਂ ਸ਼ੀਸ਼ਾ ਸ਼ੀਸ਼ੇ 'ਚ ਅਕਸ਼ਾ, ਬਹੁਤ ਵਧੀਆ ਉਦਾਹਰਨ ਦਿੱਤੀ ਗੁਰੂ ਤੇਗ ਬਹਾਦਰ ਜੀ ਨੇ। ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਦੇ ਆਪਾਂ, ਪਰ ਫੜਿਆ ਨਹੀਂ ਜਾਂਦਾ, ਉਹ ਅਕਸ਼ ਫੜ ਨਹੀਂ ਸਕਦੇ। ਇਵੇਂ ਹੀ ਉਹ ਪਰਮਾਤਮਾ ਹੈ। ਫੁੱਲਾਂ ਵਿੱਚ ਸੁਗੰਧੀ ਆ, ਫੜੀ ਨਹੀਂ ਜਾਂਦੀ, ਤੇ ਮੁੱਕਰ ਵੀ ਨਹੀਂ ਸਕਦੇ ਕਿ ਹੈ ਨਹੀਂ ਗੀ, ਹੈਗੀ ਆ, ਤਾਂ ਹੀ ਮਹਿਸੂਸ ਹੁੰਦੀ ਆ। ਪਹੁਪ ਮੱਧ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲਾਂ 'ਚ ਸੁਗੰਧੀ ਹੁੰਦੀ ਆ, ਮੁੱਕਰ ਹੁੰਦਾ ਸ਼ੀਸ਼ਾ ਦਰਪਣ ਮਿਰਰ। ਮਾਹੇ ਜੈਸੇ ਛਾਈ, ਜਿਵੇਂ ਸ਼ੀਸ਼ੇ 'ਚ ਅਕਸ਼ ਹੁੰਦਾ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਪਾਈ। ਉਵੇਂ ਤੇਰੇ ਅੰਦਰ ਵੀ ਆ, ਪਰ ਉਹ ਖੋਜਣ ਦੇ ਨਾਲ ਪਤਾ ਲੱਗੇਗਾ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਬੜੇ ਸੁੰਦਰ ਅਰਥ ਕੀਤੇ ਨੇ। ਕਹਿੰਦੇ, ਕਾਈ ਜਿਲਬ ਨੂੰ ਕਹਿੰਦੇ ਨੇ। ਉਹਨਾਂ ਦੇ ਦੇਖੋ, ਗੁਰਬਾਣੀ ਦੇ ਅਰਥ, ਜਿਹਦੀ ਜਿੰਨੀ ਕੁ ਸਮਝ ਆ ਉਹ ਉਨੇ ਕੀ ਕਰੇਗਾ, ਜਿਹਦੀ ਜਿੰਨੀ ਕੁ ਸੋਚ ਆ, ਜਿੰਨੀ ਕੁ ਡੂੰਘਾਈ ਆ, ਉਹਨੇ ਕੀ ਉਹ ਰਤਨ ਕੱਢੇਗਾ ਇਹਦੇ ਵਿੱਚੋਂ। ਇਹ ਬੇਸ਼ੁਮਾਰ ਅਨੰਤ ਹੀਰਿਆਂ ਜਵਾਹਰਾਂ ਲਾਲਾਂ ਮਾਣਕਾਂ ਨਾਲ ਭਰਿਆ ਪਿਆ ਗੁਰੂ ਦਾ ਸਮੁੰਦਰ। ਕੱਢੇਗਾ ਉਹਨਾਂ ਕੀ, ਜਿੰਨੀ ਕੁ ਕਿਸੇ ਦੀ ਛਾਲ ਹੋਵੇਗੀ, ਡੂੰਘਾਈ ਹੋਵੇਗੀ, ਜਿੰਨਾ ਕੁ ਕਿਸੇ ਨੂੰ ਨੀਵਾਂ ਤੈਰਨਾ ਆਉਂਦਾ ਹੋਵੇਗਾ। ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਖਿਆ, ਕਹਿੰਦੇ, ਕਾਈ ਦੇ ਅਰਥ ਹੁੰਦੇ ਨੇ ਜਿਲਬ। ਇਹ ਇਹੋ ਜਿਹੀ ਚੀਜ਼ ਆ ਜਿੱਥੇ ਪੈਦਾ ਹੋ ਜਾਂਦੀ ਆ, ਉਹ ਪਾਣੀ ਨੂੰ ਫਿਰ ਧਰਤੀ ਦੇ ਥੱਲੇ ਨਹੀਂ ਜਾਣ ਦਿੰਦੀ, ਜਿਲਬ ਜਿਹੜੀ ਹੁੰਦੀ ਆ। ਤਾਂ ਇੱਥੇ ਉਹ ਜਿਲਬ ਨੂੰ ਕਹਿ ਰਹੇ ਨੇ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ। ਜੇ ਬੰਦੇ ਦੇ ਦਿਮਾਗ ਤੇ ਜਿਲਬ ਜੰਮ ਜਾਵੇ, ਬੰਦੇ ਦੇ ਦਿਲ ਤੇ ਜਿਲਬ ਜੰਮ ਜਾਵੇ, ਤਾਂ ਉਹਦੇ ਵਿੱਚ ਗਿਆਨ ਥੱਲੇ ਨਹੀਂ ਜਾ ਸਕਦਾ। ਜਿਵੇਂ ਜਿਲਬ ਜੰਮ ਜਾਵੇ, ਉਹ ਧਰਤੀ ਦੇ ਪਾਣੀ ਨੂੰ ਥੱਲੇ ਨਹੀਂ ਜਾਣ ਦਿੰਦੀ, ਉੱਪਰ ਉੱਪਰ ਹੀ ਰੱਖਦੀ ਆ, ਤਿਲਕਣ ਹੋ ਜਾਂਦੀ ਆ, ਜਿਹੜੀ ਚੀਜ਼ ਪਾਓ ਤਿਲਕ ਜਾਂਦੀ ਆ। ਇਵੇਂ ਹੀ ਬੰਦੇ ਦੇ ਅੰਦਰ ਜੇ ਜਿਲਬ ਜੰਮ ਜਾਵੇ, ਉਹਦੇ ਦਿਮਾਗ ਤੇ ਹਰ ਚੀਜ਼ ਤਿਲਕ ਜੇਗੀ, ਗਿਆਨ ਵਾਲੀ। ਗੁਰੂ ਦੱਸੇਗਾ, ਤਿਲਕ ਜਾਵੇਗੀ, ਕੱਢ ਦੇਵੇਗਾ ਬਾਹਰ। ਇਸ ਕਰਕੇ ਅੰਧਾ ਲੋਗ ਨਾ ਜਾਣਈ, ਜਿਉਂ ਬਾਂਸ ਵਜਾਈਏ ਫੂਕ। ਗੁਰੂ ਤਾਂ ਬਹੁਤ ਕੁਝ ਕਹਿੰਦਾ, ਤਿਲਕ ਜਾਂਦਾ ਹੈ। ਜਿਵੇਂ ਜਿਲਬ ਤੋਂ ਨਹੀਂ ਤਿਲਕ ਜਾਂਦੀ ਚੀਜ਼, ਖੜਦੀ ਨਹੀਂ, ਇਵੇਂ ਹੀ ਗੁਰੂ ਤਾਂ ਬੜਾ ਕੁਝ ਸਾਨੂੰ ਦਿੰਦਾ ਹੈ, ਬਹੁਤ ਕੁਝ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਬੰਦੇ ਤੇਰੇ ਅੰਦਰ ਬਹੁਤ ਕੁਝ ਆ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਗੁਰੂ ਦਾ ਗਿਆਨ ਇਹੀ ਦੱਸਦਾ, ਜੋ ਬਾਹਰ ਆ ਉਹ ਤੇਰੇ ਅੰਦਰ ਆ, ਜੋ ਅੰਦਰ ਆ ਉਹੀ ਤੇਰੇ ਬਾਹਰ ਆ। ਪਰ ਜਨ ਨਾਨਕ ਬਿਨ ਆਪਾ ਚੀਨੈ, ਆਪਣੇ ਆਪ ਨੂੰ ਸਮਝੇ ਤੋਂ ਬਿਨਾ ਇਹ ਜਿਲਬ ਜਿਹੜੀ ਆ ਖਤਮ ਨਹੀਂ ਹੁੰਦੀ। ਮਿਟੇ ਨਾ ਭਰਮ ਕੀ ਕਾਈ, ਭਰਮ ਨਹੀਂ ਟੁੱਟਦੇ ਬੰਦੇ ਦੇ। ਇਹ ਕਹਿ ਰਹੇ ਨੇ
ਗੁਰਬਾਣੀ ਕਹਿੰਦੀ ਬ੍ਰਹਿਮੰਡ ਦੇ ਵਿੱਚ ਰੱਬ ਆ, ਕਣ ਕਣ ਚ ਰੱਬ ਆ, ਦਿਖਿਆ ਤਾਂ ਹੈ ਨਹੀਂ ਕਿਤੇ। ਕਾਰਨ ਕੀ ਆ? ਮੈਂ ਕਦੇ ਆਪਣੇ ਆਪ 'ਚ ਨਹੀਂ ਦੇਖਿਆ। ਯਾਤਰਾ ਹਮੇਸ਼ਾ ਆਪਦੇ ਆਪ ਤੋਂ ਸ਼ੁਰੂ ਹੁੰਦੀ ਹੈ, ਦੂਜੇ ਤੋਂ ਨਹੀਂ ਹੋ ਸਕਦੀ। ਇਹ ਬਣਿਆ ਬਣਾਇਆ ਮਾਰਗ ਨਹੀਂ। ਕੋਈ ਇੱਕ ਮਹਾਂਪੁਰਸ਼ਾਂ ਨੇ ਬੜੀ ਸੁੰਦਰ ਗੱਲ ਲਿਖੀ ਆ, ਕਹਿੰਦੇ ਕੋਈ ਬਣੀ ਬਣਾਈ ਚੀਜ਼ ਤੁਹਾਨੂੰ ਮਿਲਣੀ ਨਹੀਂ। ਇਹ ਰਾਹ ਜਿੰਨਾ ਤੁਸੀਂ ਤੁਰੋਗੇ ਉਨਾ ਹੀ ਬਣਨਾ। ਗੁਰੂ ਵਾਲਾ ਮਾਰਗ ਇਵੇਂ ਆ, ਤੁਸੀਂ 2 ਕਦਮ ਚੱਲੇ ਤੇ 2 ਕਦਮ ਪੁਲ ਬਣੂਗਾ। ਅੱਗੇ ਜੇ ਚੱਲੋਗੇ ਫਿਰ ਬਣਨਾ। ਕੋਈ ਬਣਿਆ ਬਣਾਇਆ ਰਾਹ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਤਾਂ ਹੀ ਇਹਦੇ ਤੇ ਤੁਰਨ ਨੂੰ ਕੋਈ ਰਾਜੀ ਨਹੀਂ। ਜਿਹੜੇ ਬਣੇ ਬਣਾਏ ਰਾਹ ਸੀ ਉਹ ਪੰਡਤਾਂ ਦੇ, ਉਹਦੇ ਪਿੱਛੇ ਕਰੋੜਾਂ ਹੀ ਲੋਕ ਤੁਰ ਪਏ। ਜਿਹੇ ਮਾਰਗ ਪੰਡਤ ਗਏ, ਪਾਛੈ ਪਰੀ ਵਹੀਰ, ਵੀਰਾਂ ਕੱਤ ਕੇ ਗਏ। ਪਰ ਜਿੱਥੇ ਮੈਂ ਤੁਰਿਆ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ, ਉੱਥੇ ਨਹੀਂ ਕੋਈ ਆਇਆ। ਇਹ ਇੰਨਾ ਇਵੇਂ ਸਮਝੋ, ਤੁਸੀਂ ਜਿੰਨਾ ਚੱਲੋਗੇ ਉਨਾ ਹੀ ਬਣਨਾ ਰਾਹ। ਜੇ ਖੜ ਜਾਓਗੇ ਉੱਥੇ ਹੀ ਖੜ ਜਾਏਗਾ। ਇਹ ਐਸੀ ਚੀਜ਼ ਆ। ਕਈ ਸੇਵਾ ਕਰਕੇ ਰੁਕ ਜਾਂਦੇ ਨੇ, ਉਹਨਾਂ ਦਾ ਰਾਹ ਰੁਕ ਜਾਂਦਾ। ਕਈ ਦਾਨ ਕਰਕੇ ਰੁਕ ਜਾਂਦੇ ਨੇ, ਉਹਨਾਂ ਦਾ ਰਾਹ ਰੁਕ ਜਾਂਦਾ। ਕਈ ਥੋੜ੍ਹਾ ਜਪ ਕੇ ਰੁਕ ਜਾਂਦੇ ਨੇ, ਉਹਨਾਂ ਦਾ ਰਾਹ ਰੁਕ ਜਾਂਦਾ, ਬਣਦਾ ਹੀ ਨਹੀਂ ਅੱਗੇ। ਇਸ ਕਰਕੇ ਇਹ ਨਿਰੰਤਰ ਚੱਲਣਾ ਪਵੇਗਾ, ਰੋਜ਼ ਰੋਜ਼ ਚੱਲਣਾ ਪਵੇਗਾ ਤੇ ਮਾਰਗ ਬਣੇਗਾ। ਮਸਕੀਨ ਸਾਹਿਬ ਜੀ ਦੀ ਇੱਕ ਗੱਲ ਯਾਦ ਆ ਜਾਂਦੀ ਆ। ਕਹਿੰਦੇ ਬੰਦਾ ਮੁੱਠੀ ਭਰ ਰੇਤ ਲੈ ਕੇ ਫਲੱਡਾਂ ਨੂੰ ਰੋਕਣਾ ਚਾਹੁੰਦਾ, ਹੜ੍ਹਾਂ ਨੂੰ ਰੋਕਣਾ ਚਾਹੁੰਦਾ। ਇਹਦੇ ਹੱਥ ਦੇ ਵਿੱਚ ਮੁੱਠੀ ਭਰ ਰੇਤ ਫੜੀ ਹੋਈ ਆ, ਉਧਰੋਂ ਹੜ੍ਹ ਆ ਗਏ, ਪਾਣੀ ਆ ਗਿਆ। ਇਹ ਕਹਿੰਦਾ ਮੈਂ ਇੰਨੀ ਕੁ ਰੇਤ ਨਾਲ ਇਹਨਾਂ ਨੂੰ ਰੋਕ ਲਾਂ। ਅਰਥ ਕੀ ਹੈ ਇਹਦੇ, ਡੂੰਘਾਈ ਕੀ ਆ? ਕਹਿੰਦੇ ਥੋੜ੍ਹਾ ਜਿਹਾ ਪੜ੍ਹ ਕੇ ਨਾ ਬਾਣੀ ਨੂੰ 2 ਪੌੜੀਆਂ ਰੱਬ ਤੋਂ ਕਹਿੰਦਾ ਹੈ ਮੇਰੇ ਆਹ ਚੀਜ਼ ਮੇਰੀ ਖਤਮ ਕਰ ਦੇ। ਮੁੱਠੀ ਭਰ ਰੇਤ ਦੇ ਨਾਲ ਜਾਂ ਮਾੜੀ ਕਿ ਸੇਵਾ ਦੇ ਨਾਲ ਇਹ ਚੀਜ਼ਾਂ ਨਹੀਂ ਹੁੰਦੀਆਂ। ਇਹ ਤਾਂ ਜਿੰਨਾ ਹੜ੍ਹ ਆ ਵਿਕਾਰਾਂ ਦਾ, ਓਨੀ ਉਦੋਂ ਦੁੱਗਣੀ ਰੇਤਾ ਚਾਹੀਦੀ ਹੈ, ਕਮਾਈ ਚਾਹੀਦੀ ਹੈ ਜੀਵਨ ਦੀ। ਜੀਵਨ ਕਮਾਉਣਾ ਪੈਂਦਾ ਹੈ। ਜ਼ਿੰਦਗੀ ਮਿਲੀ ਹੋਈ ਆ। ਜ਼ਿੰਦਗੀ ਕੋਈ ਹੋਰ ਗੱਲ ਆ, ਜੀਵਨ ਕੋਈ ਹੋਰ ਗੱਲ ਆ। ਜ਼ਿੰਦਗੀ ਸਾਰਿਆਂ ਕੋਲ ਆਪਣੇ ਸਾਹ ਚੱਲ ਰਹੇ ਨੇ, ਜਿਨ੍ਹਾਂ ਕੋਲ ਨਹੀਂ ਉਹਨਾਂ ਨੂੰ ਦਫਨਾਏ ਆ ਜਾਂ ਜਲਾਏ ਆ ਸ਼ਮਸ਼ਾਨ ਘਾਟ। ਜ਼ਿੰਦਗੀ ਸਾਰਿਆਂ ਕੋਲੇ ਆ, ਜੀਵਨ ਕਿਸੇ ਕਿਸੇ ਕੋਲੇ ਹੁੰਦਾ। ਜੀਵਨੋਂ ਮੈਂ ਜੀਵਨ ਪਾਇਆ। ਜੀਵਨ ਕਿੱਥੋਂ ਪਾਇਆ ਹੈ? ਗੁਰਮੁਖ ਭਾਏ ਰਾਮ, ਗੁਰੂ ਤੋਂ ਪਾਇਆ ਹੈ, ਗੁਰਮੁਖਾਂ ਤੋਂ ਪਾਇਆ ਹੈ, ਰੱਬ ਦੇ ਪਿਆਰਿਆਂ ਕੋਲ ਬਹਿ ਕੇ ਪਾਇਆ। ਜ਼ਿੰਦਗੀ ਮਿਲੀ ਹੋਈ ਆ, ਜੀਵਨ ਕਮਾਉਣਾ ਪਵੇਗਾ। ਕਮਾਉਣ ਲਈ ਘਾਲਣਾ ਘਾਲਣੀ ਪਵੇਗੀ। ਪੈਸਾ ਕਮਾਉਣ ਲਈ ਬੰਦਾ ਇੱਥੋਂ ਘਰ ਛੱਡ ਕੇ ਵਿਦੇਸ਼ ਚਲਿਆ ਜਾਂਦਾ, 7 ਸਮੁੰਦਰੋਂ ਪਾਰ ਚਲਿਆ ਜਾਂਦਾ ਕਮਾਈ ਕਰਨ ਵਾਸਤੇ, ਤੇ ਆਪਣੇ ਪਰਿਵਾਰ ਨੂੰ ਛੱਡ ਦਿੰਦਾ, ਦੂਰ ਰਹਿੰਦਾ ਉਹਨਾਂ ਤੋਂ ਵੀ ਮੇਰਾ ਪਰਿਵਾਰ ਸੁਖੀ ਵਸੇ, ਇਹਨਾਂ ਨੂੰ ਸਹੂਲਤਾਂ ਮਿਲਣ, ਬੜਾ ਕੁਝ ਕਰਦਾ। ਪਰ ਗਿਆਨ ਦੀ ਕਮਾਈ ਲਈ, ਜੀਵਨ ਦੀ ਕਮਾਈ ਲਈ ਵੀ ਇਵੇਂ ਹੀ ਯਤਨ ਹੁੰਦੇ ਨੇ। ਉਹ ਕੋਈ ਕੋਈ ਕਰਕੇ ਜਾਂਦਾ। ਕਾਰਨ ਕੀ ਆ? ਉਹੀ ਗੱਲ ਆ, ਜਲਬ ਜੰਮੀ ਹੋਈ ਆ, ਚੀਜ਼ਾਂ ਸਮਝ ਨਹੀਂ ਆਉਂਦੀਆਂ, ਤਿਲਕ ਜਾਂਦੀਆਂ ਨੇ, ਟਿਕਦੀਆਂ ਨਹੀਂ। ਇਹੀ ਦਸੀਆਂ ਗੱਲਾਂ ਮਹਾਰਾਜ ਨੇ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਬਾਣੀ ਹੈ ਬਹੁਤ ਬੈਰਾਗ ਨਾਲ ਭਰੀ ਹੋਈ ਆ ਤੇ ਬਹੁਤ ਸੋਹਣੀ ਬਾਣੀ ਆ। ਸਤਿਗੁਰੂ ਦੀ ਸ਼ਾਨ ਬਹੁਤ ਉੱਚੀ ਹੈ ਜੀ। ਬੋਲਦਿਆਂ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਫੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਪਿਆਰ ਦੇ ਨਾਲ ਨਾ ਉਸ ਅਕਾਲ ਪੁਰਖ ਨੂੰ ਯਾਦ ਕਰੀਏ ਤੇ ਜ਼ਿੰਦਗੀ ਮਿਲੀ ਹੋਈ ਆ, ਜ਼ਿੰਦਗੀ ਨੂੰ ਜੀਵਨ 'ਚ ਤਬਦੀਲ ਕਰੀਏ ਉਸ ਅਕਾਲ ਪੁਰਖ ਨੂੰ ਚੇਤੇ ਕਰਕੇ।
देहो सजणी असीसड़ियाँ जो होवै साहिब स्यों मेल। वाहिगुरु जी का खालसा वाहिगुरु जी की फतेह। तू ठाकुर तुम कह